ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਸਾਫ਼ ਤੇ ਸਪਸ਼ਟ ਦ ਰੀਅਲ ਟਾਕ। ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ, ਇੱਕ ਵਾਰੀ ਫੇਰ ਤੋਂ ਤੁਹਾਨੂੰ ਅਪਡੇਟ ਕਰਨ ਦੇ ਲਈ, ਤੁਹਾਨੂੰ ਹਰ ਇੱਕ ਖਬਰ ਜਿਹੜੀ ਹੈ ਉਸ ਨਾਲ ਤੁਹਾਡਾ ਤਾਰੁਫ ਕਰਾਉਣ ਦੇ ਲਈ ਇੱਕ ਵਾਰੀ ਫੇਰ ਤੋਂ ਤੁਹਾਡੇ ਸਾਹਮਣੇ ਆਏ ਆ। ਇੱਥੇ ਇਸ ਸ਼ੋਅ ਦੇ ਵਿੱਚ ਇੱਕ ਜਿਹੜੀ ਖਾਸ ਗੱਲ ਇਹ ਹੈ ਕਿ ਤੁਹਾਡੇ ਨਾਲ ਸਾਂਝ ਪਾਉਣ ਨੂੰ ਮਿਲਦੀ ਹੈਗੀ ਹੈ, ਕਿਉਂਕਿ ਜਿਹੜੀਆਂ ਖਬਰਾਂ ਅਸੀਂ ਤੁਹਾਨੂੰ ਪੂਰਾ ਦਿਨ ਦਿਖਾਉਂਦੇ ਹਾਂ, ਜਿਸ ਤਰ੍ਹਾਂ ਨਾਲ ਅਪਡੇਟ ਕਰਦੇ ਹਾਂ, ਵੱਖ-ਵੱਖ ਇੰਟਰਵਿਊਜ਼ ਕਰਕੇ ਤੁਹਾਨੂੰ ਦਿਖਾ ਰਹੇ ਹਾਂ, ਵੱਖ-ਵੱਖ ਲੋਕਾਂ ਨਾਲ ਮਿਲਵਾ ਰਹੇ ਹਾਂ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ ਹੋਇਆਂ ਜਿਹੜਾ ਡਿਜੀਟਲ ਕੰਟੈਂਟ ਹੁੰਦਾ ਆ, ਮਤਲਬ ਮੈਨੂੰ ਇੰਨੇ ਸਾਲਾਂ ਦੇ ਕਰੀਅਰ ਦੇ ਵਿੱਚ ਮੈਂ ਕਦੀ ਜਿਹੜੀ ਟੈਕਨੋਲੋਜੀ ਆ ਉਹਨੂੰ ਇੰਨੀ ਸੋਹਣੀ ਤਰ੍ਹਾਂ ਉਹਦੀ ਵਰਤੋਂ ਨਹੀਂ ਸੀ ਕੀਤੀ ਜਿੰਨੀ ਇੰਨੇ ਦਿਨਾਂ ਦੇ ਵਿੱਚ ਹੋ ਰਹੀ ਹੈ। ਕੁਝ ਵੀਡੀਓ ਇੰਟਰਵਿਊਜ਼ ਜਿਹੜੇ ਨੇ ਉਹ ਆਪਾਂ ਕਰ ਰਹੇ ਹਾਂ, ਕਿਉਂਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹਨੂੰ ਰਿਸਪੈਕਟ ਕਰਨਾ ਹੈਗਾ। ਪਰ ਆਪਣੇ ਵੱਲੋਂ ਕੋਸ਼ਿਸ਼ ਇਹ ਕਿ ਕਿਸੇ ਵੀ ਲਿਹਾਜ਼ ਨਾਲ ਕੋਈ ਵੀ ਖਬਰ ਜਿਹੜੀ ਹੈ ਉਹ ਰਹਿ ਨਾ ਜਾਏ ਕਿਸੇ ਵੀ ਤਰ੍ਹਾਂ ਨਾਲ। ਜੇ ਇਹਨੂੰ ਫੋਰਥ ਪਿਲਰ ਮੰਨਿਆ ਜਾਂਦਾ ਹੈ ਤਾਂ ਇਹ ਫੋਰਥ ਪਿਲਰ ਜਿਹੜਾ ਹੈ ਹਰ ਲਿਹਾਜ਼ ਦੇ ਨਾਲ ਇਸ ਨੂੰ, ਇਸ ਦਾ ਜਿਹੜਾ ਫਰਜ਼ ਹੈ ਉਹ ਅਸੀਂ ਪੂਰਾ ਕਰੀਏ। ਨਾਲੋਂ ਨਾਲ ਬਹੁਤ ਵਾਰ ਕਦੀ ਕਦੀ ਅਜਿਹਾ ਹੋ ਜਾਂਦਾ ਹੈਗਾ ਕਿ ਅਸੀਂ ਕੁਝ ਗਰਾਊਂਡ ਰਿਐਲਿਟੀਜ਼ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹੈਗੇ ਆ। ਇਹ ਗਰਾਊਂਡ ਰਿਐਲਿਟੀਜ਼ ਆਪਣੀਆਂ ਤਸਵੀਰਾਂ, ਆਪਣੀਆਂ ਇੰਟਰਵਿਊਜ਼ ਰਾਹੀਂ ਆਪਣੇ ਆਪ ਨੂੰ ਆਪ ਬਿਆਨ ਕਰਦੀਆਂ ਹੈਗੀਆਂ ਨੇ। ਇਸ ਦੇ ਪਿੱਛੇ ਸਾਡੀ ਮਨਸ਼ਾ ਸਿਰਫ ਇਹੀ ਹੁੰਦੀ ਆ ਕਿ ਜੋ ਕੁਝ ਰਿਐਲਿਟੀ ਹੋ ਰਹੀ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਜਾਏ, ਤੁਹਾਨੂੰ ਪਤਾ ਹੋਏ। ਕਿਉਂਕਿ ਜਦੋਂ ਇਹ ਕਰੋਨਾ ਚਲਾ ਜਾਏਗਾ, ਜਦੋਂ ਇਹ ਕਰੋਨਾ ਛੱਡ ਜਾਏਗਾ, ਪਰ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਕੋਲ ਪੂਰੀ ਹੋਏਗੀ, ਤੁਹਾਡੇ ਆਸ-ਪਾਸ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਪੂਰੀ ਹੋਏਗੀ, ਤੁਹਾਡੇ ਕੰਮ ਦੀਆਂ ਜਿਹੜੀਆਂ ਜਾਣਨ ਵਾਲੀਆਂ ਗੱਲਾਂ ਨੇ ਉਹ ਤੁਹਾਡੇ ਕੋਲ ਪੂਰੀਆਂ ਹੋਣਗੀਆਂ। ਜਿਹੜੇ ਸਿਆਸਤਦਾਨ ਨੇ ਉਹ ਇਸ ਵਕਤ ਤੇ ਕੀ ਕਰ ਰਹੇ ਨੇ, ਜਿਹੜੇ ਸਿਤਾਰੇ ਜਿਨ੍ਹਾਂ ਨੂੰ ਆਪਾਂ ਕਹਿ ਲੈਂਦੇ ਆ ਵੀ ਉਹ ਇਸ ਵਕਤ ਤੇ ਕੀ ਕਰ ਰਹੇ ਨੇ, ਆਮ ਲੋਕ ਇਸ ਵਕਤ ਤੇ ਕੀ ਕਰ ਰਹੇ ਨੇ, ਕਿਸ ਨੂੰ ਕਿਹੜੀ ਦਿੱਕਤ ਦਰਪੇਸ਼ ਆ ਰਹੀ ਹੈ, ਇਹ ਸਭ ਕੁਝ ਦੱਸਣਾ ਜਿਹੜਾ ਹੈ ਸਾਫ਼ ਤੇ ਸਪਸ਼ਟ ਤਰੀਕੇ ਦੇ ਨਾਲ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਤੁਸੀਂ ਵੀ ਜਿਹੜੀ ਗੱਲਬਾਤ ਹੈ ਉਹ ਕਰਦੇ ਰਹਿੰਦੇ ਹੈਗੇ ਹੋ। ਥੱਲੇ ਜਿਹੜੇ ਨੰਬਰਸ ਨੇ ਉਹ ਚੱਲ ਰਹੇ ਨੇ ਤੇ ਇਹਨਾਂ ਨੰਬਰਸ ਨੂੰ ਤਾਂ ਹੀ ਫਿਕਸ ਕੀਤਾ ਗਿਆ ਤਾਂ ਕਿ ਤੁਸੀਂ ਇਸ ਤੇ ਕਾਲ ਕਰ ਸਕੋ। ਲਗਾਤਾਰ ਅਸੀਂ ਇੱਕ ਮੁੱਦੇ ਤੇ ਭਾਵੇਂ ਥੋੜੀ ਦੇਰ ਲਈ ਸਹੀ ਪਰ ਗੱਲ ਕਰ ਰਹੇ ਹਾਂ। ਉਸ ਦੇ ਅਪਡੇਟਸ ਜਿਹੜੀਆਂ ਨੇ ਆਈ ਜਾ ਰਹੀਆਂ ਨੇ। ਗੱਲ ਇੱਥੇ ਉਹੀ ਆ ਜਿਸ ਦੇ ਬਾਰੇ ਗੱਲ ਕਰਨ 'ਚ ਵੀ ਥੋੜੀ ਜਿਹੀ ਹਿਚਕਿਚਾਹਟ ਜਿਹੜੀ ਮਹਿਸੂਸ ਤਾਂ ਕਰਕੇ ਹੁੰਦੀ ਆ ਕਿਉਂਕਿ ਇਹ ਜੋ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਹੈਗਾ, ਕਿਸੇ ਵੀ ਲਿਹਾਜ਼ ਨਾਲ ਨਹੀਂ ਸੀ ਹੋਣਾ ਚਾਹੀਦਾ ਹੈਗਾ। ਇੱਕ ਪੁਲਿਸ ਮੁਲਾਜ਼ਮ ਦੀ ਬਾਂਹ ਨਹੀਂ ਸੀ ਵੱਢੀ ਜਾਣੀ ਚਾਹੀਦੀ, ਉਸਦਾ ਹੱਥ ਨਹੀਂ ਸੀ ਕੱਟਿਆ ਜਾਣਾ ਚਾਹੀਦਾ। ਲਗਾਤਾਰ ਅਸੀਂ ਪੁਲਿਸ ਦਾ ਹਰ ਪੱਖ ਜਿਹੜਾ ਹੈ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਸ ਵਕਤ ਡਾਕਟਰਸ ਨੇ, ਪੁਲਿਸ ਨੇ ਜਿਹੜੇ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ, ਨਰਸਿਸ ਨੇ, ਸਫਾਈ ਮੁਲਾਜ਼ਮ ਨੇ ਜਿਹੜੇ ਕਿ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ, ਅੱਗੇ ਹੋ ਕੇ ਕੰਮ ਕਰ ਰਹੇ ਨੇ, ਜਿਨ੍ਹਾਂ ਤੇ ਕਰੋਨਾ ਦਾ ਕਹਿਰ ਸਭ ਤੋਂ ਪਹਿਲਾਂ ਵਰ ਸਕਦਾ ਹੈਗਾ, ਪਰ ਉਹ ਕੰਮ ਕਰਨ ਵਿੱਚ ਰੁੱਝੇ ਹੋਏ ਨੇ ਕਿਉਂਕਿ ਇਸ ਵਕਤ ਉਹਨਾਂ ਦੇ ਕੰਮ ਕੀਤੇ ਬਿਨਾਂ ਸਰਨਾ ਨਹੀਂ। ਉਹਨਾਂ ਨੇ ਹੀ ਲੜਨਾ ਹੈ ਕਰੋਨਾ ਦੇ ਨਾਲ, ਉਹਨਾਂ ਨੇ ਹੀ ਸੰਭਾਲਣਾ ਹੈ ਤੁਹਾਨੂੰ, ਉਹਨਾਂ ਨੇ ਹੀ ਇਹ ਸਾਰਾ ਕੰਮ ਜਿਹੜਾ ਹੈ ਆਪਣੇ ਸਿਰ ਤੇ ਲੈਣਾ ਤੇ ਕਰ ਵੀ ਰਹੇ ਨੇ, ਕੰਮ ਕਰ ਵੀ ਰਹੇ ਨੇ। ਅਜਿਹੇ ਵਿੱਚ ਕਿਤੇ ਪੁਲਿਸ ਨੂੰ ਸਲੂਟ ਕਰਨ ਦਾ ਦਿਲ ਕਰਦਾ ਹੈ, ਕਿਤੇ ਪੁਲਿਸ ਦੀ ਤਸ਼ੱਦਦ ਸਾਹਮਣੇ ਆਉਂਦੀ ਹੈ। ਸੋ ਪੁਲਿਸ ਦੇ ਦੋਵੇਂ ਚਿਹਰੇ ਜਿਹੜੇ ਨੇ ਉਹ ਵੇਖਣ ਨੂੰ ਮਿਲ ਰਹੇ ਨੇ, ਪਰ ਇਸ ਵਕਤ ਜੋ ਸਾਡੇ ਵਾਸਤੇ ਕਰ ਰਹੇ ਨੇ, ਇਸ ਨੂੰ ਅਸੀਂ ਭੁੱਲ ਨਹੀਂ ਸਕਦੇ, ਇਸ ਨੂੰ ਅਸੀਂ ਕਿਸੇ ਵੀ ਲਿਹਾਜ਼ ਨਾਲ ਭੁੱਲ ਨਹੀਂ ਸਕਦੇ। ਅਸੀਂ ਇਹਨਾਂ ਦਾ ਦੇਣੀਆਂ ਇਸ ਤੋਂ ਬਾਅਦ ਸ਼ਾਇਦ ਨਹੀਂ ਦੇ ਪਾਵਾਂਗੇ। ਉਹਨਾਂ ਦੀ ਡਿਊਟੀ ਹੋਏਗੀ, ਪਰ ਜਿਸ ਤਰ੍ਹਾਂ ਦੇ ਨਾਲ ਉਹ ਡਿਊਟੀ ਨਿਭਾ ਰਹੇ ਨੇ ਉਹ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈਗਾ। ਕਿਤੇ ਕਿਤੇ ਕੁਝ ਤਸ਼ੱਦਦ ਜਿਹੜੀ ਹੈ ਸਾਹਮਣੇ ਆ ਰਹੀ ਹੈ, ਉਸ ਤੇ ਵੀ ਜਿਹੜੀਆਂ ਕਾਰਵਾਈਆਂ ਨੇ ਉਹ ਚੱਲ ਰਹੀਆਂ ਨੇ, ਕਿਤੇ ਕਿਤੇ ਮਨਮਾਨੀਆਂ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ। ਸੋ ਪੁਲਿਸ ਦਾ ਦੂਜਾ ਚਿਹਰਾ ਵੀ ਸਾਹਮਣੇ ਆ ਰਿਹਾ ਹੈਗਾ, ਪਰ ਇਸ ਵਕਤ ਦੇ ਉੱਤੇ ਜੇ ਮੇਜਰਲੀ ਅਸੀਂ ਗਰਾਊਂਡ ਰਿਐਲਿਟੀਜ਼ ਕਵਰ ਕਰਦੇ ਹਾਂ ਤੇ ਪੁਲਿਸ ਦਾ ਕੰਮ ਜਿਹੜਾ ਹੈ ਇਸ ਵਕਤ ਸ਼ਲਾਘਾਯੋਗ ਹੈ। ਅਜਿਹੇ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਸਟੇਟਮੈਂਟ ਤੁਹਾਨੂੰ ਮੈਂ ਕੱਲ ਸੁਣਾਈ ਸੀਗੀ, ਜਿਸ 'ਚ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਇਹ ਲੋੜ ਹੀ ਕਿਉਂ ਪਈ ਕਿ ਜਿਹੜੇ ਅਖੌਤੀ ਨਿਹੰਗ ਹੈਗੇ ਸੀ ਉਹਨਾਂ ਨੂੰ ਤਲਵਾਰ ਕੱਢਣ ਦੀ ਲੋੜ ਹੀ ਕਿਉਂ ਪਈ। ਇਹ ਪੁਲਿਸ ਦੀ ਤਸ਼ੱਦਦ ਤੋਂ ਪਰੇਸ਼ਾਨ ਸੀ ਤਾਂ ਕਰਕੇ ਅਜਿਹਾ ਕੀਤਾ। ਪੁਲਿਸ ਤਸ਼ੱਦਦ ਕਰ ਰਹੀ ਹੈ, ਲੋਕ ਪਰੇਸ਼ਾਨ ਨੇ ਤੇ ਉਸ ਦਾ ਸਿੱਟਾ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਨਾਲ ਨਿਕਲ ਕੇ ਸਾਹਮਣੇ ਆ ਰਿਹਾ, ਲੋਕਾਂ ਦਾ ਗੁੱਸਾ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਨਿਕਲ ਕੇ ਸਾਹਮਣੇ ਆ ਰਿਹਾ। ਉਹਨਾਂ ਦਾ ਇਹ ਬਿਆਨ, ਉਸ ਤੋਂ ਬਾਅਦ ਉਹਨਾਂ ਤੋਂ ਪੁਲਿਸ ਸਿਕਿਉਰਿਟੀ ਜਿਹੜੀ ਵਾਪਸ ਲੈ ਲਈ ਗਈ।
ਉਹਨਾਂ ਤੋਂ ਪੁਲਿਸ ਸਿਕਿਉਰਿਟੀ ਵਾਪਸ ਲੈ ਲਈ ਗਈ। ਉਹਨਾਂ ਜਦੋਂ ਖੌਤੀ ਨੇ ਹੰਗਾ ਨਾ ਲਾ ਕੇ ਖੜੇ ਹੋਏ ਤੇ ਪੁਲਿਸ ਦੇ ਖਿਲਾਫ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ, ਸਿਕਿਉਰਿਟੀ ਵਾਪਸ ਲੈ ਲਈ ਗਈ। ਹੁਣ ਪੁਲਿਸ ਸਿਕਿਉਰਿਟੀ ਵਾਪਸ ਲੈਣ ਦੇ ਬਾਅਦ ਜਦੋਂ ਸਿਮਰਜੀਤ ਸਿੰਘ ਮਾਨ ਜਿਹੜੇ ਉਹ ਬੋਲੇ ਤਾਂ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹ ਬੋਲੇ ਤਾਂ ਜਿਹੜੇ ਬੈਂਸ ਸੀਗੇ, ਬੈਂਸ ਨੇ ਲਗਾਤਾਰ ਕੁਝ ਅਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਤੇ ਕੁਝ ਗੱਲਾਂ ਤੋਂ ਹਲਕਾ ਜਿਹਾ ਬੈਕਫੁੱਟ ਤੇ ਵੀ ਆ ਗਏ। ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੇਰੀ ਸਟੇਟਮੈਂਟ ਨੂੰ ਮਿਸ ਇੰਟਰਪ੍ਰੇਟ ਕੀਤਾ ਜਾ ਰਿਹਾ ਹੈ, ਇਹ ਗਲਤ ਲੋਕ ਇਹਦੀ ਇੰਟਰਪ੍ਰੀਟੇਸ਼ਨ ਕਰ ਰਹੇ ਨੇ। ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਕਿ ਉਸ ਮੁਲਾਜ਼ਮ ਦਾ ਜਿਹੜਾ ਹੈ ਉਹ ਹੱਥ ਕੱਟਿਆ। ਮੈਂ ਇਸ ਗੱਲ ਦੀ ਬਦਖੋਈ ਕਰਦਾ ਕਿ ਇਦਾਂ ਹੋਇਆ, ਇਹ ਬਹੁਤ ਦੁੱਖ ਦੀ ਗੱਲ ਹੈ ਕਿਉਂਕਿ ਉਹ ਵੀ ਕਿਸੇ ਦਾ ਪੁੱਤ ਹੈ, ਉਹ ਵੀ ਕਿਸੇ ਦਾ ਪਰਿਵਾਰਕ ਜੀ ਹੈਗਾ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਪਰ ਉਹਨਾਂ ਨੇ ਇਹ ਕਿਹਾ ਕਿ ਪੁਲਿਸ ਦੀ ਤਸ਼ੱਦਦ ਦੇ ਖਿਲਾਫ ਹੈਗੇ ਨੇ, ਉਹ ਹੱਥ ਕੱਟਣ ਦੇ ਖਿਲਾਫ ਨੇ, ਨਾਲ ਪੁਲਿਸ ਦੀ ਤਸ਼ੱਦਦ ਦੇ ਖਿਲਾਫ ਹੈਗੇ ਨੇ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਿਕਿਉਰਿਟੀ ਵਾਪਸ ਲਈ, ਕਹਿੰਦੇ ਉਹਨਾਂ ਨੇ ਕੱਲ ਡੀਜੀਪੀ ਨੂੰ ਮੈਸੇਜ ਵੀ ਕੀਤਾ ਕਿ ਇਹ ਸਰਕਾਰ ਵੱਲੋਂ ਦਿੱਤੀ ਗਈ ਸਿਕਿਉਰਿਟੀ ਨਹੀਂ ਹੁੰਦੀ, ਇਹ ਤੇ ਵਿਧਾਨ ਸਭਾ ਕਸਟੋਡੀਅਲ ਜਿਹੜੀ ਹੁੰਦੀ ਆ, ਇਹ ਸਾਰੀ ਦੀ ਸਾਰੀ ਇੱਕ ਪ੍ਰੋਸੀਜਰ ਹੋਰ ਹੁੰਦਾ ਤੇ ਮੈਨੂੰ ਕੋਈ ਲੈਟਰ ਲੂਟਰ ਦੇ ਦਿਓ ਵੀ ਜਿਸ 'ਚ ਲਿਖਿਆ ਹੋਵੇ ਕਿ ਮੇਰੀ ਸਿਕਿਉਰਿਟੀ ਜਿਹੜੀ ਹੈ ਵਾਪਸ ਲੈਣੀ ਹੈ। ਪਰ ਕਹਿੰਦੇ ਉਹਨਾਂ ਨੇ ਮੇਰੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ। ਸੋ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹ ਹੁਣ ਇਹ ਕਹਿ ਰਹੇ ਨੇ ਕਿ ਪੁਲਿਸ ਦੀ ਤਸ਼ੱਦਦ ਦੇ ਅਜੇ ਵੀ ਖਿਲਾਫ ਨੇ ਤੇ ਨਾਲ ਉਹਨਾਂ ਨੇ ਕੁਝ ਬੜੀਆਂ ਬੋਲਡ ਤਰੀਕੇ ਦੇ ਨਾਲ ਉਹਨਾਂ ਨੇ ਕੁਝ ਸਟੇਟਮੈਂਟਸ ਕਹੀਆਂ। ਉਹਨਾਂ ਨੇ ਕਿਹਾ ਕਿ ਮੈਂ ਕੈਪਟਨ ਦੀਆਂ ਗਿੱਦੜ ਧਮਕੀਆਂ ਤੋਂ ਡਰਦਾ ਨਹੀਂ, ਨਾਲ ਇਹ ਕਿਹਾ ਕਿ ਜੀ ਮੈਂ ਜਿਹੜੇ ਇਹ ਗਨਮੈਨਾਂ ਦੀ ਸਿਆਸਤ ਨਹੀਂ, ਗਨਮੈਨਾਂ ਨਾਲ ਸਿਆਸਤ ਨਹੀਂ ਹੁੰਦੀ, ਵੀ ਮੇਰੇ ਨਾਲ ਲੋਕ ਜਿਹੜੇ ਨੇ ਸਪੋਰਟ ਲਈ ਖੜੇ ਨੇ, ਵੀ ਗਨਮੈਨਾਂ ਦੀ ਮੈਂ ਗੱਲ ਜਿਹੜੀ ਆ ਉਹ ਕੀ ਕਰਾਂ, ਵੀ ਗਨਮੈਨਾਂ ਨਾਲ ਮੇਰੀ ਸਿਆਸਤ ਨਹੀਂ ਹੁੰਦੀ, ਗਨਮੈਨਾਂ ਨਾਲ ਮੇਰੇ ਕੰਮ ਨਹੀਂ ਰੁਕਦੇ ਹੈਗੇ। ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਮੈਂ ਇਸ ਤੇ ਅੱਗੇ ਜ਼ਰੂਰ ਜਾਵਾਂਗਾ, ਆਪਣੇ ਹੱਕ ਲਈ ਆਵਾਜ਼ ਜਿਹੜੀ ਆ ਜ਼ਰੂਰ ਚੱਕਾਂਗਾ। ਸੋ ਅਜਿਹੇ ਵਿੱਚ ਬੈਂਸ ਦੀ ਸਿਕਿਉਰਿਟੀ, ਸਿਮਰਜੀਤ ਸਿੰਘ ਬੈਂਸ ਦੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਲੈ ਲੈਣਾ, ਇਹ ਕਿਸ ਹੱਦ ਤੱਕ ਤੁਹਾਨੂੰ ਲੱਗਦਾ ਹੈਗਾ ਕਿ ਸਹੀ ਹੈ ਜਾਂ ਗਲਤ ਹੈ? ਇਸ ਬਾਰੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਦੱਸ ਸਕਦੇ ਹੈਗੇ ਹੋ ਕਿ ਇੱਕ ਵਕਤ ਦੇ ਉੱਤੇ ਦੇਖੋ ਦੋ ਗੱਲਾਂ ਹੈਗੀਆਂ। ਅਸੀਂ ਫੇਸਬੁੱਕ ਵਾਲਸ ਦੇ ਉੱਤੇ ਦੇਖ ਰਹੇ ਹਾਂ, ਬਹੁਤ ਕੁਝ ਦੇਖ ਰਹੇ ਹਾਂ, ਕੋਈ ਪ੍ਰਧਾਨ ਮੰਤਰੀ ਬਾਰੇ ਮਾੜਾ ਕਹਿ ਰਿਹਾ ਹੈ, ਮਤਲਬ ਆਪਣੇ ਆਪਣੇ ਵਿਚਾਰ ਰੱਖ ਰਹੇ ਨੇ, ਕੋਈ ਪ੍ਰਧਾਨ ਮੰਤਰੀ ਬਾਰੇ ਚੰਗਾ ਕਹਿ ਰਿਹਾ ਹੈ, ਜੋ ਡਾਕਟਰਸ ਕਰ ਰਹੇ ਨੇ, ਪੁਲਿਸ ਕਰ ਰਹੀ ਹੈ, ਕੋਈ ਉਸ ਤੋਂ ਸੈਟਿਸਫੈਕਟਰੀ ਦੱਸ ਰਿਹਾ ਹੈ, ਕੋਈ ਉਸ ਤੋਂ ਸੈਟਿਸਫੈਕਟਰੀ ਨਹੀਂ ਦੱਸ ਰਿਹਾ, ਕੁਝ ਮਾੜੀ ਭਾਸ਼ਾ ਦਾ ਵੀ ਇਸਤੇਮਾਲ ਕਰ ਰਹੇ ਨੇ, ਕਿਤੇ ਆਪ ਦਾ ਜਿਹੜਾ ਰਾਈਟ ਆਫ ਐਕਸਪ੍ਰੈਸ਼ਨ ਹੈਗਾ ਉਸ ਦਾ ਗਲਤ ਇਸਤੇਮਾਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਕੀਤਾ ਜਾ ਰਿਹਾ ਹੈਗਾ ਅਜਿਹੇ ਵਿੱਚ, ਜਦ ਕਿ ਅਜਿਹੀ ਸਿਚੁਏਸ਼ਨ ਬਣੀ ਹੋਵੇ, ਜਦ ਕਿ ਜਾਨ ਤੇ ਆਈ ਹੋਵੇ ਤੇ ਘਰ ਬੈਠਿਆਂ ਲੋਕ ਇੰਟਰਨੈਟ ਦੀ ਵਰਤੋਂ ਵੀ ਜ਼ਿਆਦਾ ਕਰ ਰਹੇ ਨੇ। ਸੋ ਅਜਿਹੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ, ਮਤਲਬ ਕਾਰਵਾਈ ਕੀਤੇ ਜਾਣਾ, ਤੁਹਾਨੂੰ ਲੱਗਦਾ ਹੈਗਾ ਕਿ ਜੇ ਸਿਕਿਉਰਿਟੀ ਵਾਪਸ ਲਈ ਹੈ ਤਾਂ ਸਹੀ ਕੀਤਾ ਹੈਗਾ? ਅਜਿਹੇ ਵਿੱਚ ਜਿਹੜੇ ਲੋਕਾਂ ਖਿਲਾਫ ਕਾਰਵਾਈ ਹੋ ਰਹੀ ਹੈ, ਜਿਹੜੇ ਫੇਸਬੁੱਕ ਦੇ ਉੱਤੇ ਲਿਖ ਰਹੇ ਨੇ ਜਾਂ ਅਫਵਾਹ ਫੈਲਾ ਰਹੇ ਨੇ, ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਸਹੀ ਹੈ? ਜਾਂ ਜਿਹੜੇ ਆਪਣੇ ਪੋਲੀਟੀਕਲ ਵਿਚਾਰ ਰੱਖ ਰਹੇ ਨੇ, ਕਿ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਖਿਲਾਫ ਜਿਹੜੀ ਕਾਰਵਾਈ ਪੁਲਿਸ ਨੇ ਕਿਹਾ ਕਿ ਹੋਏਗੀ ਉਹ ਸਹੀ ਹੈ? ਸੋ ਇਸ ਤੇ ਆਪਣੇ ਵਿਚਾਰ ਜਿਹੜੇ ਹੈ ਤੁਸੀਂ ਜ਼ਰੂਰ ਦਿਓ। ਸਭ ਤੋਂ ਪਹਿਲਾਂ ਅਸੀਂ ਸੁਣ ਲੈਂਦੇ ਹਾਂ ਕਿ ਸਿਕਿਉਰਿਟੀ ਵਾਪਸ ਲਏ ਜਾਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਕੀ ਕਿਹਾ। ਉਸ ਬਿਆਨ ਨੂੰ ਲੈ ਕੇ ਬੜੀ ਵੱਡੀ ਪੱਧਰ ਤੇ ਮੁੱਖ ਮੰਤਰੀ ਸਾਹਿਬ ਰਾਜਨੀਤੀ ਕਰਦੇ ਨਜ਼ਰ ਆ ਰਹੇ ਆ। ਮੁੱਖ ਮੰਤਰੀ ਸਾਹਿਬ ਸੁਰੱਖਿਆ ਵਿਡਰਾਅ ਕਰ ਲਓ ਜੀ, ਬੈਂਸ ਤੇ FIR ਦੇ ਦਿਓ ਜੀ। ਮੈਂ ਕਹਿਣਾ ਚਾਹੁੰਦਾ, ਮੇਰਾ ਉਹ ਸਟੇਟਮੈਂਟ, ਉਹਦੀ ਇੰਟਰਪ੍ਰੀਟੇਸ਼ਨ ਜਿਹੜੇ ਲੋਕ ਗਲਤ ਕਰਦੇ ਆ, ਮੈਂ ਉਹਨਾਂ ਵਾਸਤੇ ਦੱਸਣਾ ਚਾਹੁੰਦਾ। ਮੈਂ ਆਪਣੇ ਬਿਆਨ ਦੇ ਵਿੱਚ ਕਿਤੇ ਇਹ ਗੱਲ ਨਹੀਂ ਕਹੀ ਕਿ ਮੈਂ ਹੱਥ ਕੱਟਣ ਦੀ ਸ਼ਲਾਘਾ ਕਰਦਾ, ਪ੍ਰਸ਼ੰਸਾ ਕਰਦਾ। ਮੈਨੂੰ ਦੁੱਖ ਤੇ ਅਫਸੋਸ ਆ ਉਹ ਅਧਿਕਾਰੀ, ਉਹ ਮੁਲਾਜ਼ਮ ਪੁਲਿਸ ਦਾ ਜਿਹਦਾ ਹੱਥ ਕੱਟਿਆ ਹੈਗਾ, ਉਹ ਵੀ ਕਿਸੇ ਦਾ ਪੁੱਤ ਆ, ਕਿਸੇ ਦਾ ਭਰਾ ਹੈਗਾ। ਮੈਨੂੰ ਦੁੱਖ ਤੇ ਅਫਸੋਸ, ਪਰ ਮੈਂ ਉਹਨਾਂ ਅਧਿਕਾਰੀਆਂ ਦੀ ਜਿਨ੍ਹਾਂ ਨੇ ਪਿਛੋਕੜ ਦੇ ਦਿਨਾਂ ਦੇ ਵਿੱਚ ਅੰਨਾ ਤਸ਼ੱਦਦ ਕੀਤਾ, ਇੱਥੋਂ ਤੱਕ ਕਿ ਗਰਭਵਤੀ ਔਰਤਾਂ ਦੇ ਬਜ਼ੁਰਗ ਵੀ ਨਹੀਂ ਛੱਡੇ, ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਸਾਹਮਣੇ ਚਾਚੇ ਤਾਏ ਤੇ ਉਹਨਾਂ ਦੇ ਬਾਪ ਡਾਂਗਾਂ ਦੇ ਨਾਲ ਕੁੱਟੇ, ਮੈਂ ਉਹਨਾਂ ਦੇ ਬਰਖਲਾਫ ਹਾਂ। ਕੈਪਟਨ ਸਾਹਿਬ ਦੀ ਕਿਸੇ FIR ਦੀ ਧਮਕੀ, ਗਿੱਦੜ ਧਮਕੀ ਤੋਂ ਮੈਂ ਡਰਨ ਵਾਲਾ ਨਹੀਂਗਾ। ਸਿਕਿਉਰਿਟੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਹੀਂ, ਸਿਕਿਉਰਿਟੀ DGP ਨੇ ਨਹੀਂ, ਸਿਕਿਉਰਿਟੀ ਪੰਜਾਬ ਵਿਧਾਨ ਸਭਾ ਦੇ ਕਸਟੋਡੀਅਨ, ਪੰਜਾਬ ਵਿਧਾਨ ਸਭਾ ਦੇ ਹੁਕਮਾਂ ਤਹਿਤ ਹਰ MLA ਨੂੰ ਮਿਲਦੀ ਹੈ। ਮੈਂ ਜਦੋਂ ਰਾਤ ਸਿਕਿਉਰਿਟੀ ਵਾਪਸ ਲੈ ਕੇ ਗਏ, ਮੈਂ DGP ਐਂਡ CP ਨੂੰ ਇੱਕ ਟੈਕਸਟ ਮੈਸੇਜ ਕੀਤਾ, ਕਾਲ ਮੇਰੀ ਚੱਕੀ ਨਹੀਂ। ਮੈਂ ਉਹਨੂੰ ਲਿਖਿਆ ਵੀ ਪੰਜਾਬ ਵਿਧਾਨ ਸਭਾ ਵੱਲੋਂ ਕੋਈ ਐਸਾ ਆਰਡਰ, ਹੁਕਮ ਹੋਵੇ ਮੈਨੂੰ ਸੈਂਡ ਕਰ ਦਿਓ। ਬੈਂਸ ਗਨਮੈਨਾਂ ਦੇ ਸਾਰੇ ਰਾਜਨੀਤੀ ਨਹੀਂ ਕਰਦਾ। ਬੈਂਸ ਪੰਜਾਬ ਦੇ ਲੋਕਾਂ ਦੇ ਸਪੋਰਟ ਤੇ ਸਹਿਯੋਗ ਸਦਕਾ
ਇਹ ਕਰਪਸ਼ਨ ਦੇ ਬਰਖਲਾਫ, ਅਨਿਆਂ ਤੇ ਤਸ਼ੱਦਦ ਢਾਉਣ ਵਾਲੇ ਅਫਸਰਾਂ ਦੇ ਬਰਖਲਾਫ ਲੋਕਾਂ ਦੀ ਸਪੋਰਟ ਸਦਕਾ ਰਾਜਨੀਤੀ ਹੈ, ਚੰਗੇ ਭਵਿੱਖ ਵਾਸਤੇ ਰਾਜਨੀਤੀ ਹੈ। ਮੇਰੇ ਕੋਲੇ ਇੱਕ ਸਬ ਇੰਸਪੈਕਟਰ ਤੇ 3 ਜਵਾਨ, ਟੋਟਲ 4 ਸੀਗੇ, ਜਿਨ੍ਹਾਂ ਨੂੰ ਵਾਪਸ ਲੈ ਗਏ ਐਂਡ ਵਾਪਸ ਲਿਜਾ ਕੇ ਉਹਨਾਂ ਦੇ ਕੋਲੋਂ ਇੱਕ ਲਿਖਤ ਦੇ ਉੱਤੇ ਜ਼ਬਰਦਸਤੀ ਧਮਕੀ ਦੇ ਕੇ ਵੀ ਤੁਹਾਨੂੰ ਡਿਸਮਿਸ ਕਰ ਦਿਆਂਗੇ, ਸਾਈਨ ਕਰ ਦਿਓ। ਸਾਈਨ ਕਰਾਏ ਵੀ ਅਸੀਂ ਬੈਂਸ ਦੇ ਬਿਆਨ ਕਰਕੇ ਗੁੱਸੇ ਵਜੋਂ ਬੈਂਸ ਦੀ ਗਨਮੈਨੀ ਛੱਡ ਕੇ ਪੁਲਿਸ ਲਾਈਨ ਲੁਧਿਆਣਾ ਦੇ ਵਿੱਚ ਆਪਣੀ ਹਾਜ਼ਰੀ ਪਾਈ। ਮੇਰੇ ਕੋਲੇ ਇਹਨਾਂ ਗਨਮੈਨਾਂ ਦੀ ਜਿਹੜੀ ਮੇਰੇ ਸਟਾਫ ਮੈਂਬਰਾਂ ਨਾਲ ਟੈਲੀਫੋਨ ਦੇ ਉੱਤੇ ਗੱਲ ਹੋਈ ਵੀ ਸਾਡੇ ਕੋਲੋਂ ਜ਼ੋਰ ਜ਼ਬਰਦਸਤੀ ਡਿਸਮਿਸਲ ਬਰਖਾਸਤਗੀ ਦਾ ਡਰਾਵਾ ਦੇ ਕੇ ਸਾਈਨ ਕਰਾਏ ਆ, ਉਹ ਆਡੀਓਜ਼ ਹੈਗੇ, ਮੈਂ ਤੁਹਾਨੂੰ ਉਹ ਵੀ ਦੇ ਦਿੰਦਾ। ਹੁਣ ਐਦੂ ਵੱਡੀ ਰਾਜਨੀਤੀ ਕੈਪਟਨ ਅਮਰਿੰਦਰ ਸਿੰਘ ਦਾ ਬੈਂਸ ਬ੍ਰਦਰ ਫੋਬੀਆ, ਉਹਨਾਂ ਨੂੰ ਕਿਉਂ ਇੰਨਾ ਡਰ ਲੱਗਦਾ? ਉਹਨਾਂ ਨੂੰ ਕਿਉਂ ਬੈਂਸ ਬ੍ਰਦਰ ਪੋਲੀਟੀਕਲ ਵੰਡੈਟਾ? ਅੱਜ ਆਲ ਪਾਰਟੀ ਮੀਟਿੰਗ ਸੱਦਿਆ ਨਹੀਂ, ਦੂਸਰੀ ਆਲ ਪਾਰਟੀ ਮੀਟਿੰਗ ਆ, ਲੋਕ ਇਨਸਾਫ ਪਾਰਟੀ ਦੇ 2 MLA ਪੰਜਾਬ ਵਿਧਾਨ ਸਭਾ ਦੇ ਅੰਦਰ ਆ। ਇਸ ਨਾਰਾਜ਼ਗੀ ਦਾ ਕੈਪਟਨ ਅਮਰਿੰਦਰ ਸਿੰਘ ਦੀ ਦਾ ਕਾਰਨ ਸਿਟੀ ਸੈਂਟਰ ਸਕੈਮ। ਮੁੱਖ ਮੰਤਰੀ ਸਾਹਿਬ ਕਲੋਜ਼ਰ ਰਿਪੋਰਟ ਦਿੰਦੇ ਆ, ਬੈਂਸ ਸੁਪਰੀਮ ਕੋਰਟ ਤੇ ਹਾਈ ਕੋਰਟ ਗਿਆ ਕਿ ਇਹ ਕਲੋਜ਼ਰ ਰਿਪੋਰਟ ਗਲਤ ਹੋਈ ਆ, ਕੈਪਟਨ ਅਮਰਿੰਦਰ ਸਿੰਘ ਟ੍ਰਾਇਲ ਫੇਸ ਕਰਨ। ਬਹੁਤ ਕਰੋੜੀ ਸਕੈਂਡਲ। ਕੈਪਟਨ ਸਾਹਿਬ ਤੁਹਾਡੀਆਂ ਧਮਕੀਆਂ FIRਾਂ ਤੋਂ ਡਰਨ ਵਾਲਾ ਨਹੀਂ, ਸੱਚਾਈ ਦੇ ਲਈ ਖੜਿਆ, ਅੱਜ ਵੀ ਖੜਾ ਤੇ ਕੱਲ ਵੀ ਖੜਦਾ ਰਹਾਂਗਾ। ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਕੈਬਨਿਟ ਸਬਆਰਡੀਨੇਟ ਮਿਨਿਸਟਰ ਦੇ ਕੋਲੋਂ ਇਹ ਸਾਰੀਆਂ ਸਟੇਟਮੈਂਟਸ ਦਵਾ ਰਹੇ ਆ। ਉਹ ਵਿਚਾਰੇ ਆਪ, ਉਹਨਾਂ ਨੂੰ ਸਭ ਸੱਚਾਈ ਦਾ ਪਤਾ, ਉਹ ਆਪਣੇ ਇੱਥੋਂ ਆਤਮਾ ਜੋ ਨਹੀਂ ਬੋਲ ਰਹੇ। ਉਹ ਕੈਪਟਨ ਅਮਰਿੰਦਰ ਸਿੰਘ ਜੋ ਉਹਨਾਂ ਤੋਂ ਬੁਲਵਾ ਰਿਹਾ, ਮਜਬੂਰੀ ਬਸ ਉਹ ਬੋਲ ਰਹੇ ਆ। ਕੈਪਟਨ ਅਮਰਿੰਦਰ ਸਿੰਘ ਮੈਂ ਕਹੂੰਗਾ ਰਾਜਨੀਤੀ ਕਰ ਰਹੇ ਆ। ਕੈਪਟਨ ਅਮਰਿੰਦਰ ਸਿੰਘ ਨੂੰ ਬੈਂਸ ਬ੍ਰਦਰ ਬਿਓ ਵਰਗੇ, ਜ਼ਹਿਰ ਵਰਗੇ ਕੜਵੇ ਕਿਉਂ ਲੱਗਦੇ ਆ? ਕਿਉਂਕਿ ਸਿਟੀ ਸੈਂਟਰ ਸਕੈਮ ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਚੈਲੰਜ ਬੈਂਸ ਬ੍ਰਦਰ ਨੇ ਕੀਤਾ। ਮੈਂ ਕੈਪਟਨ ਸਾਹਿਬ ਫਿਰ ਕਹਿਣਾ ਚਾਹੂੰਗਾ ਕਿ ਸਾਡੇ ਦੇਸ਼ ਦਾ ਕਾਨੂੰਨ ਲਚਕੀਲਾ ਪਰ ਕਠੋਰ ਜ਼ਰੂਰ ਆ। ਕਠੋਰਤਾ ਦਿਖਾਈ ਲਾਲੂ ਪ੍ਰਸ਼ਾਦ ਯਾਦਵ ਤੇ ਚਟਾਲੇ ਅੱਜ ਵੀ ਤਿਹਾੜ ਜੇਲ੍ਹ ਦੇ ਵਿੱਚ ਚੱਕੀ ਪੀ ਰਹੇ ਆ ਬੈਠੇ। ਮੈਂ ਪੰਜਾਬ ਦੇ ਲੋਕਾਂ ਦਾ ਵਾਚਮੈਨ ਹੈਗਾ। ਮੈਨੂੰ ਪੰਜਾਬ ਦੇ ਲੋਕ ਜੋ ਹੁਕਮ ਕਰਨਗੇ ਉਹ ਮੇਰੀ ਸਟ੍ਰੈਟਜੀ ਹੋਊਗੀ। ਇਸ ਸਾਰੇ ਘਟਨਾਕ੍ਰਮ ਦੀ ਇੱਕ ਲਿਖਤ ਰੂਪ ਦੇ ਵਿੱਚ ਮੇਲ ਕਸਟੋਡੀਅਨ ਆਫ ਲੈਜਿਸਲੇਚਰ ਅਸੈਂਬਲੀ ਪੰਜਾਬ ਸਪੀਕਰ ਸਾਹਿਬ ਨੂੰ ਮੈਂ ਜ਼ਰੂਰ ਦਵਾਂਗਾ, ਉਹਨਾਂ ਦੀ ਜਾਣਕਾਰੀ ਵਾਸਤੇ। ਸੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਨਾਲ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਉਹ ਲਗਾਤਾਰ ਇਹ ਗੱਲ ਦੁਹਰਾ ਵੀ ਰਹੇ ਸਨ, ਕਹਿ ਵੀ ਰਹੇ ਸਨ ਕਿ ਇਹ ਜਿਹੜੀ ਸੁਰੱਖਿਆ ਵਾਪਸ ਲਈ ਹੈਗੀ ਆ, ਇਹ ਕਿਸ ਬੇਸ ਤੇ ਸੁਰੱਖਿਆ ਜਿਹੜੀ ਹੈ ਵਾਪਸ ਲਈ ਹੈ ਤੇ ਉਹ ਅੱਗੇ ਇਸ ਤੇ ਕਾਰਵਾਈ ਜਿਹੜੀ ਹੈ ਜ਼ਰੂਰ ਕਰਨਗੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਮਿਸ ਇੰਟਰਪ੍ਰੇਟ ਜਿਹੜਾ ਹੈ ਉਹ ਕੀਤਾ ਗਿਆ ਹੈਗਾ। ਸੋ ਅਸੀਂ ਤੁਹਾਡੇ ਤੋਂ ਵੀ ਇਹ ਜਾਣਨਾ ਚਾਹੁੰਦੇ ਹੈਗੇ ਆ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਜਿਹੜੀ ਸੁਰੱਖਿਆ ਵਾਪਸ ਲਈ ਗਈ ਹੈ, ਕੀ ਇਹ ਸੁਰੱਖਿਆ ਵਾਪਸ ਲੈਣਾ ਇਸ ਵਕਤ ਤੇ ਸਹੀ ਸੀ? ਜੋ ਹੁਣ ਦਾ ਬਿਆਨ ਆਇਆ ਸਿਮਰਜੀਤ ਸਿੰਘ ਬੈਂਸ ਦਾ, ਕਿ ਤੁਹਾਨੂੰ ਲੱਗਦਾ ਹੈ ਕਿ ਇਹ ਬਿਆਨ ਜਿਹੜਾ ਹੈ ਇਹ ਵੈਲਿਡ ਬਿਆਨ ਹੈਗਾ, ਇਸ ਤੇ ਅੱਗੇ ਗੱਲ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈਗੀ ਆ? ਕਿਉਂਕਿ ਪੁਲਿਸ ਦੀ ਤਸ਼ੱਦਦ ਦੀ ਗੱਲ ਜਿਹੜੀ ਹੈ ਉਹ ਬਾਰ-ਬਾਰ ਦੁਹਰਾਈ ਸੀ ਤੇ ਤਸ਼ੱਦਦ ਦੀ ਗੱਲ ਬਾਰ-ਬਾਰ ਦੁਹਰਾਉਂਦਿਆਂ ਹੋਇਆਂ ਹੁਣ ਉਹਨਾਂ ਨੂੰ ਇਹ ਖਮਿਆਜ਼ਾ ਜਿਹੜਾ ਭੁਗਤਣਾ ਪੈ ਰਿਹਾ ਹੈ ਜਾਂ ਪਏਗਾ, ਇਹ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਹੈ? ਇਸ ਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ, ਇਸ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੈਗੇ ਹੋ। ਸੋ ਅਜੇ ਵਿੱਚ ਤੁਹਾਨੂੰ ਜਿਵੇਂ ਕਿਹਾ ਕਿ ਪੁਲਿਸ ਦੇ ਵੱਖ-ਵੱਖ ਚਿਹਰੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਇੱਕ ਲੁਧਿਆਣਾ ਦਾ ਮਾਮਲਾ ਸਾਹਮਣੇ ਆਇਆ, ਹਾਲਾਂਕਿ ਇਹ ਕੁਝ ਪਰਸਨਲ ਮਾਮਲਾ ਲੱਗ ਰਿਹਾ ਹੈਗਾ। ਇਸ ਦੇ ਵਿੱਚ ਇੱਕ ਦੁਕਾਨਦਾਰ ਨੇ ਖੁਦਕੁਸ਼ੀ ਕੀਤੀ ਹੈਗੀ ਹੈ। ਇੱਕ ਬੰਦੇ ਨੇ ਖੁਦਕੁਸ਼ੀ ਕੀਤੀ ਆ, ਪਰਿਵਾਰ ਵਿੱਚ ਜ਼ਾਹਰ ਤੌਰ ਤੇ ਸੋਗ ਦੀ ਲਹਿਰ ਆ ਤੇ ਇਲਜ਼ਾਮ ਜਿਹੜਾ ਉਹ ਲੱਗ ਰਿਹਾ ਹੈ ਕਿਸੇ ਸਿਪਾਹੀ ਤੇ, ਕਾਂਸਟੇਬਲ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਇਹ ਪੈਸੇ ਮੰਗ ਰਿਹਾ ਸੀ, ਇਹ ਲਗਾਤਾਰ ਪੈਸੇ ਮੰਗ ਰਿਹਾ ਸੀ। ਇਹ ਦੁਕਾਨ ਤੋਂ ਵੀ ਜਿਹੜਾ ਸਮਾਨ ਹੈ ਕਿੰਨੇ ਹਜ਼ਾਰਾਂ ਦਾ ਚੁੱਕ ਕੇ ਇਦਾਂ ਹੀ ਲੈ ਜਾਂਦਾ ਸੀ। ਅਸੀਂ ਪਹਿਲਾਂ ਕਾਲ ਲੈ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਬਾਹਰ ਤੋਂ ਬੋਲ ਰਹੇ ਵਾਲੇ ਮਰਫ ਤੋਂ। ਹਾਂਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਮੈਂ ਗੱਲ ਕਹਾਂ ਜਾਵਾਂ, ਜਿਵੇਂ ਇਹਨਾਂ ਨੇ ਇਸ ਕੋਰਟੀ ਨੇ ਤੋਂ ਸਿਮਰਜੀਤ ਸਿੰਘ ਬੈਂਸ ਤੋਂ ਲਈ ਗਈ ਆ ਜੀ, ਜਿੰਨੇ ਆਪਣੇ ਟੋਟਲੀ MLA ਆ ਜਾਂ MP ਆ, ਜੇ ਸਾਰਿਆਂ ਤੋਂ ਵਾਪਸ ਲਈ ਜਾਵੇ ਤੇ ਨਾਲੇ ਤਾਂ ਸਾਡਾ ਭਾਰ ਘਟ ਜਾਊਗਾ, ਜੇ ਲੋਕਾਂ ਦੇ ਭਾਰ ਪਿਆ, ਤੇ ਨਾਲੇ ਜੇ ਸਿਕਿਉਰਟੀ ਵੱਧ ਜੂਗੀ ਸਾਨੂੰ ਸਾਰਿਆਂ ਦੀ ਵੀ ਬਹੁਤ ਢੰਗ ਸੌਖੇ ਤਰੀਕੇ ਨਾਲ ਕੰਮ ਕਰੇ। ਸਾਰਿਆਂ ਤੋਂ ਵਾਪਸ ਲੈਣੀ ਚਾਹੀਦੀ ਆ ਜੀ। ਕਿਉਂ ਜੇ ਇੱਕ ਬੰਦੇ ਤੋਂ
ਪਾਸ ਲਈ ਆ, ਇਹ ਕੋਈ ਲਾਅ ਆਰਡਰ ਤਾਂ ਨਹੀਂ ਹੈਗਾ ਵੀ ਇੱਕ ਬੰਦੇ ਤੋਂ ਪਾਸ ਲੈ ਲਓ ਨਾ। ਜੀ ਉਹਨਾਂ ਨੂੰ ਤੇ ਸਜ਼ਾ ਮਿਲੀ ਨਾ, ਤਾਂ ਕਰਕੇ। ਨਹੀਂ, ਮੈਂ ਤਾਂ ਇਹ ਕਹਿੰਦਾ ਵੀ ਇੱਕ ਇਨਸਾਫੀ ਤੌਰ ਤੇ ਸਾਰਿਆਂ ਤੋਂ ਲੈਣੀ ਚਾਹੀਦੀ ਹੈ। ਇਹਨਾਂ ਨੂੰ ਕਾਹਦਾ ਡਰ ਆ ਇਹ ਐਮਪੀ ਐਮਐਲਏ ਬਣ ਕੇ ਆਪ ਪਬਲਿਕ ਦੇ ਵਿੱਚ ਘੁੰਮਣ? ਕਿਉਂ 15-20 ਲੱਖ ਨਾਲ ਲੈ ਕੇ ਆਪਣੇ ਸਿਕਿਉਰਿਟੀ ਗਾਰਡ ਘੁੰਮਦੇ ਆ? ਕਿਉਂ ਲੋਕਾਂ ਦੇ ਖਰਚ ਵਾਧੂ ਬੋਝ ਪਾਇਆ ਨਾ, ਸਾਡਾ ਖਜ਼ਾਨਾ ਦਾ ਘਾਟੇ ਵਿੱਚ ਜਾ ਰਿਹਾ ਨਾ ਪੰਜਾਬ ਦਾ। ਜੀ ਬਿਲਕੁਲ। ਜੇ ਪੈਸਾ ਕਿਸੇ ਚੰਗੇ ਕੰਮਾਂ ਤੇ ਵਰਤਿਆ ਜਾਵੇ, ਹਸਪੀਟਲ ਨਾਲ ਵਰਤਿਆ ਜਾਵੇ, ਰੋਡਾਂ ਤੇ ਵਰਤਿਆ ਜਾਵੇ, ਕਿਸੇ ਹੋਰ ਚੀਜ਼ ਤੇ ਵਰਤਿਆ ਜਾਵੇ ਜੀ। ਤੇ ਇਸ ਕਰਕੇ ਇਹ ਚੀਜ਼ਾਂ ਆਪਾਂ ਉਹ ਚੀਜ਼ਾਂ ਪੈਸਾ ਵਰਤ ਸਕਦਾ ਹੋਰ ਕਿਤੇ। ਇਹ ਨਹੀਂ ਬੇਫਜ਼ੂਲ ਤੇ ਹੁਣ ਚਾਹੇ ਇੱਕ ਐਮਪੀ ਆ ਜਾਂ ਇੱਕ ਐਮਐਲਏ ਆ, ਉਹਨਾਂ 10 ਖਾਨ ਮਹੀਨੇ ਤੇ ਕਿੰਨੀਆਂ ਗੱਡੀਆਂ ਪੈਟਰੋਲ ਫੂਕਦੀਆਂ ਨਾ ਗਵਰਨਮੈਂਟ ਦਾ ਜੀ, ਕਿੰਨੇ ਉਹ ਰਸ਼ ਪੈਂਦਾ ਸੜਕਾਂ ਤੇ ਨਾ ਜੀ, ਤੇ ਕਿੰਨੀ ਸਾਡੇ ਕੋਲ ਪਬਲਿਕ ਦੀ ਉਹ ਪੈਸਾ ਵਿਅਰਥ ਜਾਂਦਾ ਨਾ। ਜੀ ਜੇ ਆਪਾਂ ਪੈਸਾ ਹੀ ਇੱਕ ਜੋੜਿਆ ਜਾਏ ਤਾਂ ਸਾਡੇ ਪੰਜਾਬ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਕੋਈ ਚੰਗਾ ਕੰਮ ਹੋ ਸਕਦਾ। ਕਿਉਂ ਸਾਨੂੰ ਹੈਲਥ ਫਸਟ ਹੈਲਥ ਆ ਤੇ ਦੂਜਾ ਨੰਬਰ ਸਾਡੀ ਜਿਹੜੀ ਐਜੂਕੇਸ਼ਨ। ਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਮਤਲਬ ਬੜੀ ਸਿਆਣੀ ਜਿਹੀ ਸਲਾਹ ਜਿਹੜੀ ਆ ਉਹ ਲੱਗੀ ਕਿ ਜੇ ਇਹੀ ਪੈਸਾ ਜਿਹੜਾ ਹੈ ਉਹ ਚੰਗੀਆਂ ਚੀਜ਼ਾਂ ਤੇ, ਸਿਹਤ ਤੇ, ਐਜੂਕੇਸ਼ਨ ਤੇ ਖਰਚਿਆ ਜਾਏ ਤਾਂ ਕਿੰਨੀ ਵਧੀਆ ਗੱਲ ਹੋਏ। ਅਸੀਂ ਦੇਖਿਆ ਵੀ, ਅਸੀਂ ਸੱਜਣ ਸਾਹਿਬ ਦਾ ਦੇਖਿਆ ਵੀ ਕਿਸ ਤਰ੍ਹਾਂ ਨਾਲ ਕੈਨੇਡਾ ਦੇ ਵਿੱਚ ਉਹ ਲਾਈਨ ਦੇ ਵਿੱਚ ਲੱਗੇ ਹੋਏ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਕਿਉਰਿਟੀ ਨਹੀਂ ਹੈ। ਸੋ ਸਭ ਤੋਂ ਕਿਉਂ ਨਾ ਵਾਪਸ ਲੈ ਲਈ ਜਾਏ। ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਕਿੱਥੋਂ ਬੋਲ ਰਹੇ ਹੋ? ਅਸੀਂ ਬੋਲਦੇ ਕੈਨੇਡਾ ਚ ਬੋਲਦੇ। ਹਾਂਜੀ ਬੋਲੋ ਜੀ। ਆਪਣੇ ਜਿਹੜੀ ਬੈਂਸ ਬ੍ਰਦਰਾਂ ਕੋਲ ਸਿਕਿਉਰਿਟੀ ਵਾਪਸ ਲਈ ਆ, ਪਰ ਉਹ ਗਲਤ ਗੱਲ ਆ ਜੀ। ਤੁਸੀਂ ਇਦਾਂ ਥੋੜੋ ਕੋਈ ਉਹ ਕੋਲੇ ਕੋ ਮਾੜੀ ਗੱਲ ਥੋੜੋ ਕਹੀਏ। ਬੈਂਸ ਬ੍ਰਦਰ ਨੇ ਜੋ ਗੱਲ ਕਹੀ ਆ, ਚਲੋ ਇਹਦੇ ਕਰਕੇ ਜੇ ਹੁਣ ਆਪਾਂ ਕਹੀਏ ਪੁਲਿਸ ਦਾ ਪੱਖ ਵੀ ਕਾਂਗਰਸ ਜਦੋਂ ਆਈ ਆ ਏਦਾਂ ਵੱਧ ਵਡਾਂਗਾ ਕੀਤਾ ਸੀ। ਤੁਸੀਂ ਇਹਨਾਂ ਪਿਛੋਕੜ ਦੇ ਨਾ ਇਹਦੇ ਕਰਕੇ ਜਦੋਂ ਜਿਹੜੇ ਲੋਕ ਇਹਦੀ ਕਾਂਗਰਸ ਨੇ ਮਾਰੇ ਹੋ ਆ, ਜਿੱਦਾਂ ਤੁਸੀਂ ਦੇਖੋ 84 ਦੇ ਵਿੱਚ ਜੋ ਕੁਝ ਕੀਤਾ ਆ, ਤਾਂ ਉਹ ਜਿਹੜੇ ਜੋ ਕੁਝ ਕੀਤਾ ਸੀ ਉਹ ਦੇਖੋ ਵੀ ਕੀ ਕੀਤਾ ਇਹਨੇ। ਨਹੀਂ ਸਰ, ਉਹ ਗੱਲ ਤੁਹਾਡੀ ਮੈਂ ਸਮਝ ਰਹੀ ਹਾਂ, ਪਰ ਤੁਸੀਂ ਹਾਲੀਆ ਹਾਲਾਤ ਤੇ ਦੱਸੋ, ਫਿਲਹਾਲ ਦੇ ਹਾਲਾਤ ਤੇ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਾਲ ਕਹਿਣਾ ਕਿ ਇਹ ਹੱਥ ਕੱਟਿਆ ਗਿਆ ਹੈਗਾ ਇਹ ਤੇ ਲੋਕਾਂ ਦਾ ਗੁੱਸਾ ਜਿਹੜਾ ਸਾਹਮਣੇ ਆਇਆ, ਤੁਹਾਨੂੰ ਲੱਗਦਾ ਕਿ ਇਹ ਸਟੇਟਮੈਂਟ ਜਸਟੀਫਾਈਡ ਹੈਗੀ ਹੈ? ਹਾਂਜੀ, ਇਹ ਗੁੱਸਾ ਲੋਕਾਂ ਦਾ ਆਇਆ ਜੀ। ਗੁੱਸਾ ਤੁਸੀਂ ਦੇਖੋ ਕਿ ਜਿਹੜੇ ਘਰੇ ਜਾ ਕੇ ਜਨਾਨੀਆਂ ਨੂੰ ਕੁੱਟਣਾ, ਡਾਂਗਾ ਮਾਰਨੀਆਂ, ਨਿਆਣਿਆਂ ਨੂੰ ਕੁੱਟਣਾ, ਇਹਦੇ ਕਰਕੇ ਲੋਕਾਂ ਦਾ ਗੁੱਸਾ ਹੀ ਹੈ ਜੀ। ਜੋ ਕੁਝ ਹੋਇਆ ਲੋਕਾਂ ਦਾ ਗੁੱਸਾ, ਤਮੀਜ਼ ਜਿਹੜੀ ਘੱਟ ਨਹੀਂ ਕਰਦੀ ਲੋਕਾਂ ਦਾ। ਜੀ ਮੈਂ ਮਾਫੀ ਚਾਹਾਂਗੀ। ਅਸੀਂ ਅਕਸਰ ਪੁਲਿਸ ਦੇ ਜਿਹੜੇ ਚਿਹਰੇ ਆ, ਆਪਾਂ ਹਰ ਚਿਹਰਾ ਦਿਖਾਉਂਦੇ ਆ, ਚੰਗਾ ਵੀ ਮਾੜਾ ਵੀ। ਕੰਮ ਜਿਹੜੀ ਹੈ ਪੁਲਿਸ ਦਿਨ ਰਾਤ ਲੱਗੀ ਹੋਈ ਹੈ, ਪਰ ਕਿਸੇ ਦਾ ਹੱਥ ਵੱਢ ਦੇਣਾ ਜੀ ਮੈਂ ਇਸ ਨੂੰ ਜਸਟੀਫਾਈਡ ਨਹੀਂ ਮੰਨਦੀ ਹੈਗੀ। ਮੇਰੀ ਗੱਲ ਨਹੀਂ, ਉਹ ਤਾਂ ਆਪਾਂ ਕਹਿੰਦੇ ਹੱਥ ਵੱਢ ਦੇਣਾ। ਜਿਹੜੇ ਮੰਡੀ ਦੇ ਵਿੱਚੋਂ ਬੰਦੇ ਬੜੇ ਆ, ਮੰਡੀ ਚੋਂ ਬਾਹਰ ਨਿਕਲੇ ਆ, ਪਹਿਲਾਂ ਤਾਂ ਵੀਡੀਓ ਵਿਖਾਈ ਪੀਕ ਉਹ ਜੀ ਬੈਰੀਕੇਡ ਤੋੜ ਕੇ ਗਏ ਆ। ਜੇ ਤੁਸੀਂ ਪੂਰਾ ਮਾਮਲਾ ਦੇਖਿਆ ਹੋਏ ਤੇ ਬੈਰੀਕੇਡ ਤੋੜ ਕੇ ਗਏ ਆ। ਮੈਂ ਕਹਿੰਦਾ ਸਾਰਾ ਹੁਣ ਤੁਸੀਂ ਦੇਖੋ, ਸਾਰਾ ਕੁਝ ਹੱਥ ਕੱਟਿਆ, ਗੁੱਸੇ ਦੇ ਵਿੱਚ ਕੱਟਿਆ। ਜਿਹੜੇ ਡਾਂਗਾ ਮਾਰਦੇ ਇਹਨੀ ਲੱਤਾਂ ਤੋੜੀਆਂ ਬੰਦਿਆਂ ਦੀਆਂ, ਜਾਂ ਕੁੱਟਦੇ ਆ ਜਾਂ ਕੁਝ ਕਰਦੇ ਆ, ਉਹ ਵੀ ਇਹ ਗੁੱਸੇ ਚ ਕਰਦੇ ਆ। ਮੈਂ ਤੁਹਾਡੀ ਬਿਲਕੁਲ ਤੁਹਾਡੀ ਗੱਲ ਮੈਂ ਸਹੀ ਮੰਨ ਰਹੀ ਹਾਂ। ਅਸੀਂ ਅੰਮ੍ਰਿਤਸਰ ਦਾ ਵੀ ਮਾਮਲਾ ਦਿਖਾਇਆ ਸੀ ਜਿਸ ਦੇ ਵਿੱਚ ਪ੍ਰੈਗਨੈਂਟ ਔਰਤ ਨੂੰ ਕੁੱਟਿਆ ਸੀ। ਹੋਰ ਵੀ ਜਿਹੜਾ ਮਾਮਲਾ, ਅੱਜ ਵੀ ਮੈਂ ਇੱਕ ਮਾਮਲਾ ਜਿਹੜਾ ਹੈ ਉਹ ਲੈ ਕੇ ਆਈ ਹਾਂ ਜਿਸ 'ਚ ਪੁਲਿਸ ਦਾ ਦੂਜਾ ਚਿਹਰਾ ਜਿਹੜਾ ਉਹ ਵੀ ਨਜ਼ਰ ਆ ਰਿਹਾ ਹੈਗਾ। ਪਰ ਇੱਥੇ ਗੱਲ ਸਿਮਰਜੀਤ ਸਿੰਘ ਬੈਂਸ ਦੀ ਹੈਗੀ ਹੈ। ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਜੋ ਕਿਹਾ ਉਹ ਸਹੀ ਕਿਹਾ, ਜੋ ਅਖੌਤੀ ਨੇ ਹੰਗਾਰਾ ਲਾ ਕੇ ਖੜ ਗਏ ਉਹ ਸਹੀ ਕੀਤਾ ਉਹਨਾਂ ਨੇ। ਜੀ ਠੀਕ ਹੈ, ਇਹ ਤੁਹਾਡੀ ਆਪਣੀ ਰਾਏ ਹੋ ਸਕਦੀ ਹੈ, ਪਰ ਮੈਂ ਇਹ ਨਾ ਜ਼ਰੂਰ ਕਹਿ ਦਾਂ ਕਿ ਇਹ ਜੇ ਮੈਨੂੰ ਪਰਸਨਲੀ ਪੁੱਛਿਆ ਜਾਏ ਤਾਂ ਇਹ ਮੇਰੀ ਰਾਏ ਨਹੀਂ ਹੈ। ਹਾਲਾਂਕਿ ਜਰਨਲਿਜ਼ਮ ਗਰਾਊਂਡਸ ਤੇ ਯੂ ਨੀਡ ਟੂ ਬੀ ਆਲ ਨਿਊਟਰਲ, ਪਰ ਕਿਸੇ ਦਾ ਹੱਥ ਕੱਟਣਾ ਇਹ ਚੀਜ਼ ਕਦੀ ਵੀ ਕਿਸੇ ਵੀ ਤਰ੍ਹਾਂ ਨਾਲ ਜਸਟੀਫਾਈਡ ਜਿਹੜੀ ਹੈ ਉਹ ਨਹੀਂ ਹੋ ਸਕਦੀ। ਹਾਂ, ਪੁਲਿਸ ਦੀ ਤਸ਼ੱਦਦ ਜਿੱਥੇ ਇਲਜ਼ਾਮ ਲੱਗਦੇ ਨੇ, ਜਿੱਥੇ ਪੁਲਿਸ ਦੇ ਉਹ ਵਾਲੇ ਚਿਹਰੇ ਨਜ਼ਰ ਆਉਂਦੇ ਨੇ, ਉਹ ਚਿਹਰੇ ਜਿਹੜੇ ਨੇ ਉਹ ਘਿਨੌਣੀਆਂ ਹਰਕਤਾਂ ਜਿਹੜੀਆਂ ਨੇ ਲਗਾਤਾਰ ਲੈ ਕੇ ਆਉਂਦੀਆਂ ਜਾਂਦੀਆਂ ਟੀਵੀ ਸਕਰੀਨ ਦੇ ਉੱਤੇ। ਲਗਾਤਾਰ ਤੁਹਾਨੂੰ ਉਹ ਵਾਲੀਆਂ ਹਰਕਤਾਂ ਜਿਹੜੀਆਂ ਉਹ ਦਿਖਾਈਆਂ ਵੀ ਜਾਂਦੀਆਂ ਹੈਗੀਆਂ, ਪਰ ਚੰਗਾ ਚਿਹਰਾ, ਮਾੜਾ ਚਿਹਰਾ ਦੋਵੇਂ ਦਿਖਾਉਂਦੇ ਆ। ਹੁਣ ਇੱਕ ਕਾਂਸਟੇਬਲ ਤੇ ਇਲਜ਼ਾਮ ਲੱਗਿਆ ਹੈਗਾ ਲੁਧਿਆਣਾ 'ਚ ਇੱਕ ਬੰਦੇ ਨੇ ਸੁਸਾਈਡ ਕੀਤੀ ਹੈਗੀ ਆ। ਕਹਿੰਦੇ ਵੀ ਇਹ ਕਾਂਸਟੇਬਲ ਪੈਸੇ ਮੰਗਦਾ ਸੀ, ਦੁਕਾਨ ਤੋਂ ਵੀ ਕਿੰਨੇ ਦਾ ਸਮਾਨ ਆ ਕੇ, ਹਜ਼ਾਰਾਂ ਦਾ ਸਮਾਨ ਆ ਕੇ ਲੈ ਜਾਂਦਾ ਸੀ, ਤੇ ਉਸ ਨੇ
ਸੁਸਾਈਡ ਨੋਟ ਵਿੱਚ ਉਸ ਕਾਂਸਟੇਬਲ ਦਾ ਨਾਮ ਲਿਖਿਆ, ਨਾਲ ਇੱਕ ਹੋਰ ਬੰਦੇ ਦਾ ਨਾਮ ਲਿਖਿਆ। ਉਸ ਤੋਂ ਇਲਾਵਾ ਪੁਲਿਸ ਕਹਿ ਰਹੀ ਹੈ ਕਿ ਸਾਡੇ ਹੱਥ ਇੱਕ ਰਿਕਾਰਡਿੰਗ ਵੀ ਲੱਗੀ ਹੈ ਜਿਹੜੀ ਕਿ ਕੁਝ ਹੋਰ ਸਥਿਤੀ ਜਿਹੜੀ ਹੈ ਉਹ ਦਰਸਾ ਰਹੀ ਹੈ। ਆਓ ਪੂਰਾ ਮਾਮਲਾ ਜਾਣ ਲੈਂਦੇ ਹਾਂ ਕੀ ਹੈ। ਕਿਹਾ ਜਾ ਕੇ ਕੰਪਲੇਂਟ ਕੀਤੀ ਹੈ, ਕਹਿੰਦੇ ਕੁਆਟਰ ਚਲਾ ਗਿਆ। ਮੈਂ ਕਿਹਾ ਤੁਹਾਡੇ ਘਰ ਕੋਈ ਨੀਕੀ ਹੋ ਜਾਏਗੀ, ਤੁਸੀਂ ਕਿ ਬੰਦੇ ਨੂੰ ਪ੍ਰੈਸ਼ਰਾਈਜ਼ ਕਰੀ ਜਾਂਦੇ ਪਏ ਹੋ। ਉਹ ਕੀ ਕਰੇਗਾ ਭਾਈ, ਦੱਸੋ ਮੈਨੂੰ ਕੀ ਕਰੇਗਾ। ਉਹ ਇੱਕੋ ਹੀ ਗੱਲ ਕਹਿੰਦਾ ਜੀ, ਮੇਰੀ ਮਾਂ ਤੇ ਮੇਰਾ ਪੁੱਤ ਭਰਾ ਹੈਗਾ ਬਾਹਰ, ਪੈਸੇ ਲਿਆ ਤੈਨੂੰ ਬਾਹਰ ਭੇਜਦੇ ਆ। ਅਸੀਂ ਕੋਈ ਦੱਸੋ ਤੁਸੀਂ, ਜੇ ਮੂੰਹ ਮੈਂ ਚੱਲਦਾ ਮੈਂ ਕਿੱਥੇ ਭਰਾ ਨਾਲ ਨਹੀਂ ਖੜਾ। ਕਿਹੜਾ ਬੰਦਾ ਜਾਨ ਮੰਗ ਲੈਂਦਾ ਯਾਰ, ਜਾਨ ਮੰਗ ਲੈਂਦਾ। ਕਿਹੜਾ ਬੰਦਾ ਸੀ? ਚਲਾ ਗਿਆ ਚਾਚੂ ਛੱਡ ਕੇ। ਨਾਮ ਡਿਊਟੀ 3 ਨੰਬਰ ਥਾਣੇ ਦੀ ਡਿਊਟੀ 3 ਨੰਬਰ ਥਾਣੇ 3 ਨੰਬਰ ਥਾਣੇ ਭਾਈ। ਜਗਪ੍ਰੀਤ ਜੱਗਾ ਮੋਗੇ ਦਾ ਰਹਿਣ ਵਾਲਾ ਭਾਜੀ। ਕਿਆ ਕਾਂਸਟੇਬਲ ਹੈਗਾ, ਕਾਂਸਟੇਬਲ। ਹਾਂਜੀ ਕਿੰਨੀ ਦੇਰ ਪਹਿਲਾਂ ਤੁਹਾਨੂੰ ਮਿਲਿਆ ਵਾ ਇਹ ਜੀ? ਲਿੰਕ ਚ ਆਇਆ ਘੱਟੋ ਘੱਟ 3 ਮਹੀਨੇ ਹੋ ਗਏ ਨੇ। ਮਹੀਨੇ ਕੁ ਵੇਲੇ ਨੇ ਅੰਮ੍ਰਿਤ ਪੜਵਾਇਆ ਸਾਡੇ ਭਰਾ ਦਾ। ਅੱਛਾ, ਸਾਡੀ ਪੂਰੀ ਫੈਮਿਲੀ ਅੰਮ੍ਰਿਤਧਾਰੀ ਸੀਗੀ। ਅੰਮ੍ਰਿਤ ਨੇ ਤੁੜਵਾਤਾ ਜੀ। ਉਹ ਤਾਂ ਦਾਰੂ ਦੂਰੂ ਪਤਾ ਨਹੀਂ ਕੀ ਬੜੀਆਂ ਪੜਾਈਆਂ ਨੇ। ਕਹਿੰਦਾ ਮੇਰਾ ਭਰਾ ਤੇ ਮੇਰੀ ਮਾਂ ਬਾਹਰ ਬੈਠੇ ਹੋਏ, ਤੈਨੂੰ ਬਾਹਰ ਭੇਜ ਦੇਗਾ, 50 ਲੱਖ ਰੁਪਏ ਦਾ ਇੰਤਜ਼ਾਮ ਕਰ। ਅਸੀਂ ਕਿੱਥੋਂ 50 ਲੱਖ ਰੁਪਏ ਲੈ ਕੇ ਆਂਦੇ? ਉਹ ਸਾਨੂੰ ਪਤਾ ਹੁੰਦਾ ਸੀ ਆਪਣੇ ਆਪ ਨੂੰ ਵੇਚ ਦਿੰਦੇ ਜੇ ਉਹਨੇ ਇਹਦਾ ਹਾਸਲ ਕਰਨਾ ਸੀਗਾ। ਅਮਰਜੀਤ ਸਿੰਘ ਸਹੀ। ਕੌਣ ਸੀ ਤੁਹਾਡੇ? ਮੇਰਾ ਬੇਟਾ ਸੀਗਾ। ਕੀ ਹੋਇਆ ਜੀ? ਸਾਨੂੰ ਕੁਝ ਨਹੀਂ ਪਤਾ ਲੱਗਿਆ ਕੀ ਇਹਨੇ ਕੀਤਾ ਹੈ। ਜੱਗਾ ਕੋਈ ਪੁਲਿਸ ਵਾਲਾ ਹੈਗਾ ਇੱਥੇ 3 ਨੰਬਰ ਥਾਣੇ 'ਚ। ਉਹ ਕਹਿੰਦਾ ਵੀ ਮੇਰੀ ਪਹੁੰਚ ਬੜੀ ਹੈਗੀ, ਮਤਲਬ ਵੀ ਤੂੰ ਆਪਣੇ ਮਾਂ ਬਾਪ ਨੂੰ ਤੰਗ ਕਰ, ਇੱਥੇ ਮੰਗ, ਮੇਰੇ ਕੋਲ ਆ ਜਾ ਪਿੰਡ, ਮੈਂ ਤੈਨੂੰ ਆਪਣੀ ਮਾਂ ਮੇਰੀ ਬਾਹਰ ਹੈ, ਭਰਾ ਮੇਰਾ ਬਾਹਰ ਹੈ, ਮੈਂ ਤੈਨੂੰ ਬਾਹਰ ਸੈੱਟ ਕਰਨਾ। ਇਹਨਾਂ ਕੋਲ ਪੈਸੇ ਮੰਗ, ਤੰਗ ਕਰ। ਪਹਿਲਾਂ ਵੀ ਇਹਨਾਂ ਕੋਲ ਜਾਂਦਾ ਰਿਹਾ ਸਮਾਨ, ਪੈਸੇ ਬੋਲ ਜਾਂਦਾ ਰਿਹਾ ਮੁੰਡਿਆਂ ਤੋਂ। ਹੁਣ ਮੈਂ ਉਸ ਤੋਂ ਬਾਅਦ ਜਿਵੇਂ ਕਿਹਾ, ਮੈਂ ਕਿਹਾ ਭਾਈ ਜੱਗੇ ਛੱਡ ਦੇ। ਕਹਿੰਦਾ ਮੈਂ ਤੁਹਾਨੂੰ ਛੱਡ ਦਿਆਂਗਾ, ਜੱਗੇ ਨੂੰ ਨਹੀਂ ਛੱਡਾਂਗਾ। ਹੁਣ ਸਾਨੂੰ ਕੀ ਪਤਾ ਉਹਨੇ ਰਾਤ ਨੂੰ ਇਹਨੂੰ ਫੋਨ ਤੇ ਕੀ ਕਿਹਾ, ਕੀ ਨਹੀਂ ਧਮਕੀਆਂ ਦਿੱਤੀਆਂ। ਉਹ ਮਤਲਬ ਅੱਜ ਸਾਨੂੰ ਪੱਕਾ ਹੀ ਛੱਡ ਕੇ ਚਲੇ ਗਿਆ। ਦੇਖੋ ਅੱਜ ਮਾਮਲਾ ਇਹ ਹੈ ਜੀ ਕਿ ਇੱਕ ਗਗਨਜੀਤ ਨਾਂ ਦਾ ਮੁੰਡਾ ਥਾਣੇ ਦੇ ਬਿਲਕੁਲ ਸਾਹਮਣੇ ਰਹਿੰਦਾ ਸੀ। ਉਹ ਦੁਪਹਿਰੇ 1:30-2 ਵਜੇ ਸੁਸਾਈਡ ਕਰ ਗਿਆ ਡਿਊ ਟੂ ਹੈਂਗਿੰਗ। ਉਹਦੀ ਮੌਤ ਹੋ ਚੁੱਕੀ ਹੈ, ਡੈਡ ਬੋਡੀ CMC 'ਚ ਪਈ ਹੈ। ਉਹਦੇ ਬ੍ਰਦਰ ਤੇ ਉਹਦੇ ਫਾਦਰ ਨੇ ਬਿਆਨ ਲਿਖਾਇਆ ਕਿ ਇੱਕ ਜੱਗਾ ਸਪਾਈ ਔਰ ਇੱਕ ਕਪੂਰ ਸਕੂਟਰਾਂ ਵਾਲਾ ਉਹਨਾਂ ਤੋਂ ਦੁਖੀ ਹੋ ਕੇ ਸਾਡਾ ਮੁੰਡਾ ਮਰਿਆ। ਉਹਨਾਂ ਨੇ ਇਹ ਬਿਆਨ ਲਿਖਾਇਆ। ਪਰ ਦੂਜੇ ਪਾਸੇ ਮੇਰੇ ਕੋਲ ਮਰਨ ਵਾਲੇ ਦੀ ਰਿਕਾਰਡਿੰਗ ਆਈ ਆ, ਜਿਹਦੇ ਵਿੱਚ ਉਹ ਜ਼ਿਕਰ ਕਰ ਰਿਹਾ ਹੈ ਕਿ ਮੇਰੇ ਘਰ ਵਾਲਿਆਂ ਨਾਲ ਕਲੇਸ਼ ਚੱਲ ਰਿਹਾ, ਤੰਗ ਕਰ ਰਹੇ ਆ ਪੇਰੈਂਟਸ ਨੂੰ, ਤੇ ਉਲਟਾ ਕਿਸੇ ਨੂੰ ਫੋਨ ਤੇ ਕਹਿ ਰਿਹਾ ਕਿ ਮੇਰੀ ਰਿਕਾਰਡਿੰਗ ਕਰ ਲਓ, ਕੱਲ ਨੂੰ ਮੇਰੇ ਘਰ ਦੇ ਜੱਗੇ ਨੂੰ ਫਸਾਉਣਗੇ। ਇਸ ਕਰਕੇ ਇਸ ਚੀਜ਼ ਨੂੰ ਅਜੇ ਇਨਵੈਸਟੀਗੇਟ ਕੀਤਾ ਜਾ ਰਿਹਾ। ਇਨਕੁਆਇਰੀ ਤੋਂ ਬਾਅਦ ਜਿਹੜਾ ਦੋਨਾਂ ਘਰਾਂ 'ਚੋਂ ਕਸੂਰਵਾਰ ਹੋਇਆ ਉਹਦੇ ਖਿਲਾਫ ਕਾਰਵਾਈ। ਇਹ ਲੱਗੇ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਤੇ ਇਲਜ਼ਾਮ ਇਸ ਦਰਮਿਆਨ ਸਾਡੇ ਨਾਲ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਮੁਕੇਸ਼ ਗੱਲ ਕਰ ਰਿਹਾ ਜੀ, ਆਦਰਸ਼ ਨਗਰ ਜਲੰਧਰ ਤੋਂ। ਹਾਂਜੀ ਬੋਲੋ ਜੀ। ਹਾਂਜੀ, ਆ ਜਿਹੜੀ ਸਿਮਰਜੀਤ ਸਿੰਘ ਬੈਂਸ ਦੀ ਰਿਪੋਰਟ ਦੱਸ ਰਹੀ ਸੀ, ਇਹ ਬਿਲਕੁਲ ਵਧੀਆ ਕੀਤਾ ਇਹਨਾਂ ਤੋਂ, ਜਿਹੜੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਜੀ। ਮੈਂ ਤੇ ਪੂਰੇ ਹੱਕ ਚ ਹਾਂ, ਕਿਉਂਕਿ ਇੱਕ ਤਾਂ ਦੇਖੋ ਪੁਲਿਸ ਆਪਣੇ ਹੀ ਸਿਕਿਉਰਿਟੀ ਲਈ ਉੱਥੇ ਖੜੀ ਹੈ, ਘਰਾਂ ਤੋਂ ਦੂਰ ਹੋਈ ਹੈ, ਤੇ ਉਹਨਾਂ ਦੇ ਖਿਲਾਫ ਏਦਾਂ ਬੋਲਣਾ ਇਹ ਠੀਕ ਨਹੀਂ ਹੈ ਜੀ। ਤੁਹਾਨੂੰ ਲੱਗਦਾ ਹੈ ਕਿ ਠੀਕ ਕੀਤਾ ਸਿਕਿਉਰਿਟੀ ਵਾਪਸ ਲੈ ਕੇ? ਹਾਂ ਜੀ, ਬਿਲਕੁਲ ਬਹੁਤ ਵਧੀਆ ਕੀਤਾ ਜੀ। ਜੀ ਇਸ ਗੱਲਬਾਤ ਲਈ ਤੁਹਾਡਾ ਧੰਨਵਾਦ। ਸੋ ਵੱਖਰੇ ਵਿਊਅਰਸ ਵੱਖਰੇ ਪੱਖ ਜਿਹੜੇ ਨੇ ਉਹ ਰੱਖ ਰਹੇ ਨੇ, ਵੱਖਰੇ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਸਿਕਿਉਰਿਟੀ ਵਾਪਸ ਲੈ ਜਾਣਾ ਸਹੀ ਨਹੀਂ। ਕੁਝ ਲੋਕ ਇਹ ਕਹਿ ਰਹੇ ਨੇ ਕਿ ਸਿਕਿਉਰਿਟੀ ਸਭ ਤੋਂ ਵਾਪਸ ਲਈ ਜਾਣੀ ਚਾਹੀਦੀ ਹੈ, ਤੇ ਕੁਝ ਕਹਿ ਰਹੇ ਨੇ ਬਿਲਕੁਲ ਸਹੀ ਕੀਤਾ। ਸੋ ਜਿਵੇਂ ਵਿਊਅਰਸ ਨੇ, ਦੇਖੋ ਇੱਕ ਚੀਜ਼ ਮੈਂ ਬਹੁਤ ਹੀ ਸਾਫ਼ ਤੇ ਸਪਸ਼ਟ ਤਰੀਕੇ ਦੇ ਨਾਲ ਕਹਿਣਾ ਵੀ ਚਾਹੂੰਗੀ, ਦਰਖਾਸਤ ਕਰਨਾ ਚਾਹੂੰਗੀ ਕਿ ਮੇਰੀ ਕਿਸੇ ਵੀ ਤਰ੍ਹਾਂ ਨਾਲ, ਕਿਸੇ ਪਾਰਟੀ ਨਾਲ, ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਐਸੋਸੀਏਸ਼ਨ ਤਾਂ ਨਹੀਂ ਹੈ। ਇੰਨੇ ਸਾਲਾਂ ਤੋਂ ਸਿਰਫ ਪੱਤਰਕਾਰਿਤਾ ਕੀਤੀ ਹੈ ਤੇ ਇਮਾਨਦਾਰੀ ਦੇ ਰਾਹ ਤੇ ਜੜੇ ਹਾਂ ਉਹ ਚੱਲੇ ਹੈਗੇ। ਹਾਲਾਂਕਿ ਖੁਦ ਦੇ ਇਮਾਨਦਾਰ ਹੋਣ ਦੇ ਸੋਲੇ ਜਿਹੜਾ ਹਰ ਕੋਈ ਪੜਦਾ ਹੈਗਾ, ਪਰ ਇੱਥੇ ਥੋੜੀ ਵਿਸ਼ਵਾਸ ਦੀ ਗੱਲ ਹੋ ਜਾਂਦੀ ਹੈ। ਪਰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਲਈ ਅਸੀਂ ਇੱਥੇ ਹਾਂ। ਹੋ ਸਕਦਾ ਹੈ ਕਿਤੇ ਤੁਹਾਡੀ ਤੇ ਮੇਰੀ ਰਾਏ ਜਿਹੜੀ ਹੈ ਉਹ ਮਿਲੇ ਨਾ, ਉਹ ਮੈਚ ਨਾ ਕਰੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹਦੇ ਨਾਲ ਤੁਹਾਡੀ ਤੇ ਮੇਰੀ ਪਰਸਨਲ ਕੋਈ ਲੜਾਈ ਹੋ ਜਾਂਦੀ ਹੈ। ਇਦਾਂ ਦੀ ਗੱਲ ਬਿਲਕੁਲ ਨਹੀਂ ਹੈਗੀ। ਇੱਥੇ ਸਿਰਫ ਤੇ ਸਿਰਫ ਇਹ ਹੈ ਕਿ ਸਾਡੀ ਸੋਚ, ਸਾਡਾ ਮਤ ਜਿਹੜਾ ਹੈ ਇੱਕ ਗੱਲ ਨੂੰ ਲੈ ਕੇ ਮੈਚ ਨਹੀਂ ਕਰ ਰਿਹਾ, ਐਂਡ ਦੈਟ ਇਜ਼ ਪ੍ਰੀਟੀ ਮਚ ਫਾਈਨ।
ਕੋਈ ਇਸ 'ਚ ਦਿੱਕਤ ਵਾਲੀ ਗੱਲ ਨਹੀਂ ਹੈ। ਤੁਸੀਂ ਰੈਗੂਲਰ ਵਿਊਅਰਸ ਹੋ, ਤੁਹਾਡੇ ਕਰਕੇ ਇਹ ਸ਼ੋਅ ਹੈਗਾ। ਸੋ ਜੇ ਮਤ ਮੈਚ ਨਹੀਂ ਕਰਦਾ, ਜੇ ਕਿਸੇ ਖਾਸ ਗੱਲ ਦੇ ਉੱਤੇ ਸਾਡੀ ਰਾਏ ਮੈਚ ਨਹੀਂ ਕਰਦੀ, ਤੇ ਇਸ ਨੂੰ ਬਹੁਤ ਹੈਲਦੀਲੀ ਰਹਿਣਾ ਚਾਹੀਦਾ। ਕਿਸੇ ਵੀ ਤਰ੍ਹਾਂ ਦੀ ਇਸ 'ਚ ਕੋਈ ਪ੍ਰੋਬਲਮੈਟਿਕ ਜਿਹੜੀ ਗੱਲ ਹੈਗੀ ਆ ਉਹ ਨਹੀਂ ਹੈਗੀ, ਦੈਟ ਇਜ਼ ਕੰਪਲੀਟਲੀ ਫਾਈਨ। ਤੇ ਅਸੀਂ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਆ। ਕਾਂਸਟੇਬਲ ਤੇ ਲੁਧਿਆਣਾ ਦੇ ਵਿੱਚ ਇਲਜ਼ਾਮ ਲੱਗੇ ਨੇ ਕਿ ਉਹਦੇ ਕਰਕੇ ਤੇ ਇੱਕ ਹੋਰ ਸ਼ਖਸ ਕਰਕੇ ਇਹਨਾਂ ਨੇ ਆਤਮ ਹੱਤਿਆ ਜਿਹੜੀ ਹੈ ਉਹ ਕੀਤੀ ਹੈਗੀ ਹੈ। ਪਰਿਵਾਰ ਦਾ ਹਾਲ ਜਿਹੜਾ ਹੈ ਕਿ ਰੋ ਰੋ ਕੇ ਬੁਰਾ ਹਾਲ ਹੈ, ਇਹ ਤੁਸੀਂ ਵੇਖ ਹੀ ਲਿਆ। ਸੁਸਾਈਡ ਨੋਟ ਜਿਹੜਾ ਹੈ ਉਹ ਵੀ ਮਿਲਿਆ ਹੈਗਾ। ਹੁਣ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਜਾਰੀ ਹੈਗੀ ਆ। ਅਸੀਂ ਨੈਕਸਟ ਕਾਲ ਲੈ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜਗਰਾਜ ਗਿੱਲ USA ਤੋਂ ਬਿਸਤਰੇ 'ਚ ਬੋਲਦਾ ਜੀ। ਹਾਂ ਜੀ ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਧਿਆਨ ਰੱਖੋ ਤੁਸੀਂ ਆਪ ਦਾ। ਹਾਂ, ਸਾਡੇ ਰਾਤ ਦੇ 1 ਵਜ ਗਿਆ ਤੇ ਮੈਂ ਇਸੇ ਹਾਲਾਤਾਂ ਤੇ ਮੁਲਕ ਦੇ ਇੱਕ ਲਿਖਿਆ ਕੋਈ ਛੋਟੀ ਜਿਹੀ ਗਜ਼ਲ। ਜ਼ਰੂਰ ਜੀ। ਜੀ, ਸਾਜ਼ਗਾਰ ਹਾਲਾਤ ਮੁਲਕ ਦੇ, ਡਾਕੂ ਚੌਂਕੀਦਾਰ ਮੁਲਕ ਦੇ। ਸਾਜ਼ਗਾਰ ਹਾਲਾਤ ਮੁਲਕ ਦੇ, ਡਾਕੂ ਚੌਂਕੀਦਾਰ ਮੁਲਕ ਦੇ। ਕੈਂਸਰ ਵਾਲਾ ਜ਼ਹਿਰੀ ਪਾਣੀ ਵਗਦਾ ਹੈ ਵਿਚਕਾਰ ਮੁਲਕ ਦੇ। ਪੀਲੇ ਚਾਨਣ ਵਿੱਚ ਨਹਾਉਂਦੇ ਕੁਝ ਕਾਲੇ ਬਾਜ਼ਾਰ ਮੁਲਕ ਦੇ। ਉੱਚੇ ਮਹਿਲਾਂ ਦੇ ਨੇ ਵਾਸੀ ਪਰ ਘਟੀਆ ਕਿਰਦਾਰ ਮੁਲਕ ਦੇ। ਪੀਤੀ ਜਾਂਦੇ ਖੂਨ ਸਾਡਾ ਨੇਤਾ ਤੇ ਹਥਿਆਰ ਮੁਲਕ ਦੇ। ਕਸਾਈਆਂ ਤੋਂ ਬਣੇ ਦੇਵਤਾ, ਡਾਕਟਰ ਤੇ ਔਜ਼ਾਰ ਮੁਲਕ ਦੇ। ਕਸਾਈ ਤੋਂ ਕੁਝ ਬਣੇ ਦੇਵਤਾ, ਡਾਕਟਰ ਤੇ ਔਜ਼ਾਰ ਮੁਲਕ ਦੇ। ਮਿੱਠੀ ਜੇਲ੍ਹ 'ਚ ਰੌਣਕ ਲਾਉਂਦੇ ਕੈਦੀ ਕੁਝ ਖੁਦਾਰ ਮੁਲਕ ਦੇ। ਗਿੱਲ ਅਮਰੀਕਾ ਵਸਦਾ ਵੇਖ ਕੇ ਸੜਦੇ ਯਾਰ ਗਦਾਰ ਮੁਲਕ ਦੇ। ਥੈਂਕ ਯੂ। ਧੰਨਵਾਦ ਜੀ, ਧੰਨਵਾਦ। ਗਿੱਲ ਸਾਹਿਬ ਅਕਸਰ ਜਦੋਂ ਫੋਨ ਕਰਦੇ ਆ ਤੇ ਫੋਨ ਦੇ ਵਿੱਚ ਮਤਲਬ ਫੋਨ ਥਾਣੀਓ ਸਾਨੂੰ ਇਹ ਲੱਗਦਾ ਹੈਗਾ ਕਿ ਕੁਝ ਅਲਫਾਜ਼ ਇਦਾਂ ਦੇ ਸਾਨੂੰ ਜ਼ਰੂਰ ਮਿਲਣਗੇ ਜਿਹੜੇ ਅਲਫਾਜ਼ ਤੇ ਅਸੀਂ ਵਾਹ ਤੇ ਭਾਵੇਂ ਨਹੀਂ ਕਹਿ ਸਕਾਂਗੇ ਕਿ ਇਹ ਸਥਿਤੀ ਜਿਹੜੀ ਹੈ ਵਾਹ ਕਰਨ ਵਾਲੀ ਨਹੀਂ ਹੈਗੀ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹੈਗੇ ਆ ਕਿ ਬਹੁਤ ਦਿਲੋਂ ਲਿਖਦੇ ਨੇ, ਬਹੁਤ ਵਧੀਆ ਲਿਖਦੇ ਨੇ, ਬਹੁਤ ਸੋਹਣਾ ਲਿਖਦੇ ਨੇ ਤੇ ਅਕਸਰ ਇਹਨਾਂ ਦੀਆਂ ਜਿਹੜੀਆਂ ਸਤਰਾਂ ਨੇ ਇਸ ਸ਼ੋਅ ਦੀ ਸ਼ਾਨ ਜਿਹੜੀ ਆ ਹੋਰ ਜ਼ਿਆਦਾ ਵਧਾ ਦਿੰਦੀਆਂ ਨੇ। ਸੋ ਪੁਲਿਸ ਦੀ ਹੀ ਗੱਲ ਕਰ ਰਹੇ ਆ। ਬਠਿੰਡਾ ਦੇ ਵਿੱਚ ਸੈਨੇਟਰੀ ਨੈਪਕਿਨਸ ਜਿਹੜੇ ਨੇ, ਸੈਨੇਟਰੀ ਪੈਡਸ ਜਿਹੜੇ ਨੇ ਉਹ ਵੰਡੇ ਗਏ ਨੇ। ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਕੰਮ ਜਿਹੜੇ ਆ ਉਹ ਹੋ ਰਹੇ ਆ, ਇਦਾਂ ਨਹੀਂ ਕਿ ਕੰਮ ਨਹੀਂ ਹੋ ਰਹੇ। ਇਹ ਤਸਵੀਰਾਂ ਹਾਈਜੀਨ ਲਈ ਵੰਡੇ ਜਾ ਰਹੇ ਨੇ ਸੈਨੇਟਰੀ ਪੈਡਸ। ਝੁੱਗੀ ਝੋਪੜੀ ਵਾਲਿਆਂ ਨੂੰ ਵੰਡੇ ਜਾ ਰਹੇ ਨੇ ਸੈਨੇਟਰੀ ਪੈਡਸ ਤੇ ਤਾਂ ਕਿ ਇਹਨਾਂ ਨੂੰ ਬਾਹਰ ਨਾ ਜਾਣਾ ਪਏ, ਇਹ ਆਪਣੀ ਹਾਈਜੀਨ ਦਾ ਧਿਆਨ ਰੱਖਣ, ਕਿਉਂਕਿ ਇਸ ਵਕਤ ਦੇ ਉੱਤੇ ਪਰਸਨਲ ਹਾਈਜੀਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਸੈਨੇਟਰੀ ਪੈਡਸ ਜਿਹੜੇ ਨੇ ਉਹ ਵੰਡੇ ਜਾ ਰਹੇ ਨੇ, ਬੇਸਿਕ ਨੈਸੈਸਿਟੀ। ਪਰ ਇਸ ਵਕਤ ਤੇ ਬਾਹਰ ਜਾਣਾ ਖਤਰੇ ਤੋਂ ਖਾਲੀ ਨਹੀਂ। ਸੋ ਝੁੱਗੀ ਝੋਪੜੀਆਂ 'ਚ ਜਾ ਕੇ ਇਹ ਸੈਨੇਟਰੀ ਪੈਡਸ ਜਿਹੜੇ ਨੇ ਉਹ ਵੰਡੇ ਜਾ ਰਹੇ ਨੇ। ਸੋ ਪੁਲਿਸ ਦੇ ਚਿਹਰਿਆਂ ਦੀ ਗੱਲ ਚੱਲ ਰਹੀ ਹੈ। ਜਦੋਂ ਤੋਂ ਇਹ ਸ਼ੋਅ ਸ਼ੁਰੂ ਕੀਤਾ ਹੈਗਾ, ਚੰਗੇ ਵੀ ਮਾੜੇ ਵੀ, ਅਸੀਂ ਲਗਾਤਾਰ ਇਹੀ ਗੱਲ ਕਹਿ ਰਹੇ ਹੈਗੇ ਆ ਕਿ ਕੰਮ ਸਾਡੇ ਵਾਸਤੇ ਕਰ ਰਹੇ ਨੇ, ਦਿਨ ਰਾਤ ਜੁਟੇ ਹੋਏ ਨੇ, ਪਰ ਵਿੱਚ ਨੂੰ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਹੜੇ ਕਿ ਪੁਲਿਸ ਦੀ ਖਾਕੀ ਨੂੰ ਇੱਕ ਵਾਰੀ ਫੇਰ ਤੋਂ ਦਾਗ ਲਗਾ ਜਾਂਦੇ ਨੇ। ਪਰ ਫਿਲਹਾਲ ਜਿਹੜੀ ਗੱਲ ਹੈ ਉਹ ਤੁਹਾਨੂੰ ਮੈਂ ਮੱਧ ਪ੍ਰਦੇਸ਼ ਦੀ ਜਿਹੜੀ ਹੈ ਉਹ ਦਿਖਾਵਾਂਗੀ। ਇੱਕ ਪੁਲਿਸ ਵਾਲਾ 450 ਕਿਲੋਮੀਟਰ ਚੱਲ ਕੇ ਪਹੁੰਚਿਆ। 30 ਮਾਰਚ ਨੂੰ ਚੱਲਿਆ ਸੀ ਉਹ, ਸਿਰਫ ਤੇ ਸਿਰਫ ਡਿਊਟੀ ਜੁਆਇਨ ਕਰਨ ਲਈ। ਉਹਨੂੰ ਲੱਗਿਆ ਕਿ ਮੇਰੇ ਮੁਲਕ ਨੂੰ, ਮੇਰੇ ਦੇਸ਼ ਨੂੰ ਮੇਰੀ ਲੋੜ ਹੈਗੀ ਆ। ਸੋ ਉਹ ਪਹੁੰਚਿਆ ਤੇ ਇਸ ਤਰ੍ਹਾਂ ਨਾਲ ਪਹੁੰਚਿਆ ਕਿ ਆਪਣੀ ਡਿਊਟੀ ਤੇ ਹੁਣ ਉਹ ਤੈਨਾਤ ਹੈਗਾ ਤੇ ਇਸ ਵਕਤ ਤੇ ਤੁਹਾਨੂੰ ਪਤਾ ਹੈ ਫੋਰਸਿਸ ਦੀ ਲੋੜ ਹੈ ਤੇ ਆਪਣੀ ਡਿਊਟੀ ਤਾਂ ਹੀ ਦਿਲੀ ਨਿਭਾ ਰਿਹਾ।
उस टाइम पे थोड़ी स्थिति ये थी कि मतलब सभी लोगों को मैंने न्यूज़ वगैरह में देखा काम करते हुए कि सब लोग अपने कर्तव्य पे लगे हुए हैं, तो मुझे लगा कि अपने कार्य क्षेत्र में जाकर नौकरी करनी चाहिए। तो फिर मैं इसलिए वहाँ से 30 मार्च को बैग उठा के चल दिया। तो उसके बाद मैं चला तो कुछ देर के लिए लिफ्ट भी मिली कहीं कहीं और काफ़ी पैदल भी चला। तो मुझे 30 मार्च को निकले थे और हम 1 अप्रैल को रात तक यहाँ जबलपुर आ गए थे और 2 तारीख को जाके थाने में आमद दिए थे। ਅਸੀਂ ਹਾਲੇ ਵੀ ਆਪ ਦਾ ਧਿਆਨ ਨਹੀਂ ਰੱਖ ਰਹੇ। ਅਸੀਂ ਹਾਲੇ ਵੀ ਉਸ ਲੀ ਤੇ ਚੱਲ ਰਹੇ ਹਾਂ ਜਦੋਂ ਸਾਨੂੰ ਇਹ ਲੱਗ ਰਿਹਾ ਹੈਗਾ ਕਿ ਕੋਈ ਬਿਮਾਰੀ ਨਹੀਂ ਹੈ। ਇਹ ਅੰਕੜੇ ਜਿਹੜੇ ਦਿਖਾਉਂਦੇ ਰਹਿੰਦੇ ਨੇ, ਮੀਡੀਆ ਵਾਲੇ ਦਿਖਾਉਂਦੇ ਰਹਿੰਦੇ ਨੇ, ਪੁਲਿਸ ਲੱਗੀ ਰਹਿੰਦੀ ਹੈ, ਡਾਕਟਰ ਲੱਗੇ ਰਹਿੰਦੇ, ਸਭ ਫਾਲਤੂ ਆ। ਇਹ ਸਭ ਫਾਲਤੂ ਆ। ਬਹੁਤ ਸਾਰੇ ਲੋਕ ਜਿਹੜੇ ਨੇ ਅਜੇ ਵੀ ਇਹ ਸੋਚ ਰਹੇ ਨੇ। ਥੋੜੇ ਲੋਕ ਨਹੀਂ ਨੇ, ਬਹੁਤ ਸਾਰੇ ਲੋਕ ਨੇ। ਐਗਜ਼ਾਮਪਲ ਤੁਹਾਨੂੰ ਦਿਖਾਵਾਂਗੀ ਜਦੋਂ ਤੁਸੀਂ ਵੀ ਦੇਖੋਗੇ। ਜਿਹੜੇ ਘਰ ਬੈਠੇ ਲੋਕ ਨੇ, ਖਾਸ ਕਰ ਜਿਨ੍ਹਾਂ ਨੂੰ ਅਸੀਂ ਰੀਅਲ ਹੀਰੋਜ਼ ਕਹਿ ਰਹੇ ਹਾਂ, ਜਿਹੜੇ ਕਿ ਆਪ ਦਾ ਧਿਆਨ ਰੱਖ ਰਹੇ ਨੇ, ਆਪਣੇ ਆਸ-ਪਾਸ ਦਾ ਧਿਆਨ ਰੱਖ ਰਹੇ ਨੇ, ਅੰਦਰ ਰਹਿ ਕੇ ਆਪਣੇ ਪਰਿਵਾਰ ਦਾ ਧਿਆਨ ਰੱਖ ਰਹੇ ਨੇ। ਤੇ ਜਦੋਂ ਤੁਸੀਂ ਵੀ ਇਹ ਤਸਵੀਰਾਂ ਦੇਖੋਗੇ ਤਾਂ ਖੂਨ ਤੁਹਾਡਾ ਵੀ ਖੌਲਣਾ ਹੈਗਾ। ਅਸੀਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ, ਪਰ ਉਸ ਤੋਂ ਪਹਿਲਾਂ ਗੱਲ ਕਰ ਲਈਏ। ਨਿਊਯਾਰਕ ਟਾਈਮਸ ਤੋਂ ਇੱਕ ਰਿਪੋਰਟ ਆਈ ਆ ਤੇ ਕਹਿ ਰਹੇ ਨੇ ਕਿ ਜੇ ਕਰੋਨਾ ਤੋਂ ਬਚਣਾ ਹੈ ਨਾ ਤੇ ਬਾਰ-ਬਾਰ ਨਾ ਆਪਣੇ ਚਿਹਰੇ ਨੂੰ ਹੱਥ ਲਾਉਣਾ ਛੱਡ ਦਿਓ। ਇਹ ਇੱਕ ਅਵੇਅਰਨੈਸ ਦੀ ਰਿਪੋਰਟ ਹੈਗੀ ਹੈ, ਨਿਊਯਾਰਕ ਟਾਈਮਸ ਤੋਂ ਆਈ ਆ। ਫੇਸ ਟੱਚਿੰਗ ਤੇ ਸਟੱਡੀ ਕਰਨ ਵਾਲੀ 2 ਅਮਰੀਕੀ ਤੇ ਇੱਕ ਆਸਟ੍ਰੇਲੀਆਈ ਡਾਕਟਰ ਨੇ ਇਹ ਜਾਣਕਾਰੀ ਪੂਰੀ ਦੀ ਪੂਰੀ ਦਿੱਤੀ ਆ ਸਾਨੂੰ ਕਿ CDC ਤੇ WHO ਸ਼ੁਰੂ ਤੋਂ ਹੀ ਬੇਵਜ੍ਹਾ ਨੱਕ, ਅੱਖ, ਕੰਨ ਛੂਹਣ ਤੋਂ ਮਨਾ ਕਰ ਰਿਹਾ ਹੈਗਾ। ਅਜੇ ਲੋਕ 1 ਘੰਟੇ ਵਿੱਚ 3-3 ਵਾਰ ਜਿਹੜੇ ਨੇ ਉਹ ਨੱਕ, ਅੱਖ 4-4 ਵਾਰ ਆਪਣੇ ਬੁੱਲ, ਗੱਲਾਂ, ਮੱਥਾ ਤੇ 1 ਵਾਰ ਕੰਨ ਜਿਹੜੇ ਨੇ ਉਹ ਛੂੰਹਦੇ ਨੇ। ਸੋ ਇਹਨਾਂ ਨੇ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਤਿਆਰ ਕੀਤੀ ਹੈ। ਸਾਫ਼-ਸਾਫ਼ ਕਹਿ ਰਹੇ ਨੇ ਕਿ ਕਰੋਨਾ ਤੋਂ ਬਚਣਾ ਤਾਂ ਚਿਹਰੇ ਨੂੰ ਛੂਹਣਾ ਬੰਦ ਕਰ ਦਿਓ। ਦੁਨੀਆ ਭਰ ਵਿੱਚ 1.25 ਲੱਖ ਮੌਤਾਂ ਦੇ ਬਾਅਦ ਵੀ ਲੋਕ ਹਰ ਘੰਟੇ 23 ਵਾਰ ਜਿਹੜਾ ਹੈ ਆਪਣਾ ਫੇਸ ਟੱਚ ਕਰ ਰਹੇ ਨੇ। ਯਾਨੀ ਲੋਕ ਹਰ ਘੰਟੇ 23 ਵਾਰ ਆਪਣਾ ਫੇਸ ਟੱਚ ਕਰ ਰਹੇ ਨੇ। ਸੋ ਕਹਿੰਦੇ ਆ ਕਿ ਜੇ ਕਰੋਨਾ ਤੋਂ ਬਚਣਾ ਹੈ ਤਾਂ ਆਪਣਾ ਫੇਸ ਜਿਹੜਾ ਹੈ ਉਹ ਟੱਚ ਕਰਨਾ ਬੰਦ ਕਰ ਦਿਓ। ਸੋ ਅਵੇਅਰਨੈਸ ਵੀ ਜ਼ਰੂਰੀ ਹੈਗੀ ਆ। ਉਤੋਂ ਹੁਣ ਕਰੋਨਾ ਨੂੰ ਲੈ ਕੇ ਟਰੰਪ ਤੇ ਗਵਰਨਰ ਜਿਹੜੇ ਨੇ ਉਹ ਆਪਸੀ ਇੱਕੋ ਦਮ ਸਾਹਮਣੇ ਆ ਗਏ ਨੇ। ਬਈ ਟਰੰਪ ਕਹਿੰਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਸ਼ਟਡਾਊਨ ਹੈਗਾ ਅਮਰੀਕਾ ਦੇ ਵਿੱਚ ਤੇ ਫਿਰ ਇਕਨੋਮੀ ਕਿੰਨੀ ਥੱਲੇ ਜਾਣੀ ਹੈ। ਇਟਸ ਵਿਦ ਦ ਵਰਲਡ, ਹੈ ਨਾ, ਹਰ ਕਿਤੇ ਇਹੀ ਆ। ਤੇ ਹੁਣ ਟਰੰਪ ਕਹਿ ਰਹੇ ਨੇ ਵੀ ਮੈਂ ਚਾਹਾਂ, ਮੈਂ ਰਾਸ਼ਟਰਪਤੀ ਹਾਂ, ਮੈਂ ਢਿੱਲ ਚਾਹਾਂ ਤੇ ਮੈਂ ਦੇ ਸਕਦਾ। ਤੇ ਉਧਰੋਂ ਉਹ ਕਹਿ ਰਹੇ ਨੇ, ਗਵਰਨਰ ਕਹਿ ਰਹੇ ਨੇ ਵੀ ਰਾਸ਼ਟਰਪਤੀ ਹੋ, ਰਾਜਾ ਨਹੀਂ ਹੋ। ਇਦਾਂ ਜੇ ਕੋਈ ਢਿੱਲ ਦੀ ਗੱਲ ਆਏਗੀ ਜਿੱਥੇ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਹੋਏਗਾ, ਇਹ ਢਿੱਲ ਨਹੀਂ ਦੇ ਦਿੱਤੀ ਜਾਏਗੀ। ਸੋ ਆਮੋ ਸਾਹਮਣੇ ਹੈਗੇ ਨੇ। ਕਰੋਨਾ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕੀ। ਟਰੰਪ ਨੇ ਕਿਹਾ ਸੰਗਠਨ ਨੇ ਕਰੋਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ। ਹੁਣ ਸੋ ਇਹ ਵਾਲਾ ਜਿਹੜਾ ਨਵਾਂ ਇਹ ਸਾਹਮਣੇ ਆ ਰਿਹਾ ਹੈਗਾ। ਡੋਨਲਡ ਟਰੰਪ ਨੇ ਕਿਹਾ ਕਿ WHO ਨੇ ਚੀਨ ਦੀ ਤਰਫਦਾਰੀ ਕੀਤੀ, ਕਰੋਨਾ ਦੀ ਗੰਭੀਰਤਾ ਨੂੰ ਲੁਕਾਇਆ। ਪਹਿਲਾਂ ਵੀ ਕਿਹਾ ਸੀ ਇਹ ਅਮਰੀਕਾ ਨੇ। ਜੇ ਵਕਤ ਰਹਿੰਦਿਆਂ ਕਦਮ ਚੱਕੇ ਗਏ ਹੁੰਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਕਾਫੀ ਘੱਟ ਹੁੰਦੀ। ਅਮਰੀਕਾ ਹਰ ਸਾਲ WHO ਨੂੰ $400-500 ਮਿਲੀਅਨ ਫੰਡ ਕਰਦਾ, ਜਦਕਿ ਚੀਨ ਦਾ ਯੋਗਦਾਨ $40 ਮਿਲੀਅਨ। ਸੋ ਟਰੰਪ ਜਿਹੜੇ ਨੇ ਉਹ ਨਾਰਾਜ਼ ਚੱਲ ਰਹੇ ਨੇ ਗਵਰਨਰਾਂ ਤੋਂ ਵੀ, WHO ਤੋਂ ਵੀ। ਸੋ ਇਹ ਹੁਣ ਲੜਾਈ ਜਿਹੜੀ ਹੈ ਕਿੱਧਰ ਨੂੰ ਜਾਂਦੀ ਹੈਗੀ ਆ, ਇਹ ਤਾਂ ਹੁਣ ਜਿਹੜਾ ਵਕਤ ਹੈ ਉਹੀ ਦੱਸ ਪਾਏਗਾ। ਅਸੀਂ ਲਗਾਤਾਰ ਤੁਹਾਨੂੰ ਵੱਖ-ਵੱਖ ਤਸਵੀਰਾਂ ਜ਼ਰੂਰ ਦਿਖਾ ਰਹੇ ਹਾਂ ਕਿ ਸਥਿਤੀ ਕੀ ਹੈਗੀ ਹੈ। ਜੇ ਫਿਲਹਾਲ ਅਸੀਂ ਕਰੋਨਾ ਦੇਸ਼ ਵਿੱਚ ਜੇ ਉਹਦੇ ਤੁਹਾਨੂੰ ਅੰਕੜੇ ਦੱਸੀਏ, ਫਿਲਹਾਲ ਤੱਕ ਦੇ ਅੰਕੜੇ, ਕਿਉਂਕਿ ਜਦੋਂ ਇਹ ਪ੍ਰੋਗਰਾਮ ਰਿਕਾਰਡਡ ਹੋ ਜਾਏਗਾ ਉਸ ਵਕਤ ਦੇ ਉੱਤੇ ਇਹ ਅੰਕੜੇ ਜਿਹੜੇ ਨੇ ਇਹ ਮਤਲਬ ਇੱਧਰ ਉੱਧਰ ਹੋ ਸਕਦੇ ਹੈਗੇ। ਤੁਹਾਨੂੰ ਪਤਾ ਹੈ ਕਿ ਇਜ਼ਾਫਾ ਜਿਹੜਾ ਹੈ ਹੋ ਰਿਹਾ ਹੈਗਾ। ਰੱਬ ਨਾ ਕਰੇ ਕਿ ਹੋਵੇ, ਪਰ ਇਹ ਹੋ ਰਿਹਾ ਹੈ ਰੋਜ਼। ਹੁਣ ਤੱਕ 11,502 ਕੇਸ ਜਿਹੜੇ ਨੇ ਉਹ ਸਾਹਮਣੇ ਆਏ ਦੇਸ਼ ਦੇ ਵਿੱਚ। ਲਗਾਤਾਰ ਦੂਜੇ ਦਿਨ 1,000 ਤੋਂ ਜ਼ਿਆਦਾ ਮਰੀਜ਼ ਮਿਲੇ। ਜੰਮੂ ਕਸ਼ਮੀਰ ਦੇ 13 ਜ਼ਿਲ੍ਹਿਆਂ ਵਿੱਚ 90 ਰੈੱਡ ਜ਼ੋਨ ਦੀ ਜਿਹੜੀ ਪਛਾਣ ਹੈ ਉਹ ਕੀਤੀ ਗਈ ਹੈ।
ਸੋ ਲਗਾਤਾਰ ਮਹਾਰਾਸ਼ਟਰ ਵਿੱਚ ਕਰੋਨਾ ਦੇ ਜਿਹੜੇ ਸਭ ਤੋਂ ਜ਼ਿਆਦਾ ਮਰੀਜ਼ ਤੇ ਮੌਤਾਂ ਨੇ ਉਹ ਹੋ ਰਹੀਆਂ ਨੇ। ਹੁਣ 2699 ਪੋਜ਼ਿਟਿਵ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਦੇਸ਼ ਭਰ ਵਿੱਚ 14 ਅਪ੍ਰੈਲ ਨੂੰ 1033 ਅਤੇ 13 ਅਪ੍ਰੈਲ ਨੂੰ 1242 ਕਰੋਨਾ ਸੰਕਰਮਿਤ ਮਿਲੇ ਨੇ। ਇਹ ਡੇਟਾ ਜਿਹੜਾ ਹੈ, ਇਹ ਅੰਕੜਾ ਜਿਹੜਾ ਹੈ ਵੱਧ ਰਿਹਾ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਹਿਮਾਚਲ ਦੇ ਵਿੱਚ ਜਿਹੜਾ ਹੈ ਉਹ ਨਹੀਂ ਆ ਰਹੇ ਕੇਸ। ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਹੁਣ ਟੀਵੀ ਸਕਰੀਨਸ ਤੇ ਦੇਖ ਰਹੇ ਹੋ, ਇਹ ਮੁੰਬਈ ਦੀਆਂ ਤਸਵੀਰਾਂ ਹੈਗੀਆਂ ਨੇ ਜੀ। ਇਹ ਅਸੀਂ ਹਿੰਦੁਸਤਾਨ ਟਾਈਮਸ ਤੋਂ ਲਈਆਂ ਹੈਗੀਆਂ, ਉਹਨਾਂ ਦੇ ਵੈਬ ਤੋਂ, YouTube ਤੋਂ। ਤੇ ਇਹ ਤੁਸੀਂ ਤਸਵੀਰਾਂ ਦੇਖੋਗੇ ਤੇ ਹੈਰਾਨ ਹੋ ਜਾਓਗੇ। ਇਹ ਜਮਾਵੜਾ ਜਿਹੜਾ ਲੱਗਿਆ, ਇਹ ਮੁੰਬਈ ਵਿੱਚ ਲੱਗਿਆ ਜੀ। ਇਹ ਜਮਾਵੜਾ ਜਿਹੜਾ ਲੱਗਿਆ, ਇਹ ਮੁੰਬਈ ਵਿੱਚ ਲੱਗਿਆ। ਜਦੋਂ ਲੋਕਡਾਊਨ ਵਧਾਉਣ ਦੀ ਗੱਲ ਕੀਤੀ ਗਈ PM ਵੱਲੋਂ, ਇਹ ਜੁਟ ਗਏ ਬਾਂਦਰਾ ਦੇ ਕੋਲ, ਉੱਥੇ ਸਟੇਸ਼ਨ ਦੇ ਕੋਲ। ਤੇ ਇਹ ਜੇ ਮੈਂ ਆਪਣੀ ਗੱਲ ਕਰਾਂ ਤੇ ਇਹ ਕਿਸੇ ਸਾਜ਼ਿਸ਼ ਦੀ ਮੈਨੂੰ ਇਸ ਸ਼ਬੋ ਆ ਰਹੀ ਹੈਗੀ ਆ। ਉਸ ਦਾ ਕਾਰਨ ਇਹ ਹੈਗਾ ਕਿ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਸ ਦੇ ਵਿੱਚ ਕਿਸੇ ਦੇ ਹੱਥ 'ਚ ਕੋਈ ਸਮਾਨ ਨਹੀਂ ਹੈਗਾ। ਜਦੋਂ ਕੋਈ ਆਪਣੇ ਪਿੰਡ ਜਾਂਦਾ ਹੈ, UP ਬਿਹਾਰ ਕਿਤੇ ਜਾਂਦਾ ਹੈ, ਤੇ ਇਹਨਾਂ ਦੇ ਹੱਥ ਵਿੱਚ, ਲੋਕਾਂ ਦੇ ਹੱਥ ਵਿੱਚ ਕੋਈ ਬੈਗ, ਕੋਈ ਸਮਾਨ, ਕਿਉਂਕਿ ਜਦੋਂ ਦਿੱਲੀ ਤੋਂ ਮਾਈਗ੍ਰੇਟ ਹੋਏ ਸੀ ਲੋਕ, ਉਹਨਾਂ ਦੇ ਹੱਥਾਂ ਵਿੱਚ ਸਮਾਨ ਸੀ। ਪਰ ਇਹਨਾਂ ਲੋਕਾਂ ਦੇ ਹੱਥਾਂ ਵਿੱਚ ਨਾ ਤਾਂ ਕੋਈ ਸਮਾਨ ਹੈ, ਨਾ ਕੁਛ ਹੈ। ਜਿਵੇਂ ਕਿਸੇ ਨੇ ਕਹਿ ਕੇ ਇੱਕ ਚੈਨਲ ਦਿਖਾ ਵੀ ਰਿਹਾ ਸੀ, ਇੱਕ ਆਡੀਓ ਜਿਹੜੀ ਵੀਡੀਓ ਵਾਇਰਲ ਹੋਈ, ਜਿਸ ਦੇ ਵਿੱਚ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ 15,000 ਰੁਪਏ ਮੰਗਣਾ ਤੇ ਇਹ ਚੀਜ਼ ਮੰਗਣਾ ਤੇ ਹੋਰ ਚੀਜ਼ਾਂ ਮੰਗਣਾ, ਤੇ ਉਸ ਤੋਂ ਬਾਅਦ ਹੀ ਇੱਥੋਂ ਹਿਲਣਾ ਜਾਣਾ ਨਾ। ਇਹਨਾਂ ਨੂੰ ਕੋਈ ਸਿਖਾ ਰਿਹਾ ਸੀ, ਸਮਝਾ ਰਿਹਾ ਸੀ ਉਸ ਵਾਇਰਲ ਦੇ ਵਿੱਚ। ਤੇ ਫਿਲਹਾਲ ਇਹ ਜਿਹੜੀ ਕਾਰਵਾਈ ਤੁਸੀਂ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਜਿਹੜੀ ਦੇਖ ਰਹੇ ਹੈਗੇ ਹੋ, ਇਹ ਜੁਟ ਗਏ ਹੈਗੇ ਤੇ ਇਹ ਹਿਲ ਨਹੀਂ ਸੀ ਰਹੇ। ਸੋ ਪੁਲਿਸ ਨੂੰ ਆਪਣੀ ਕਾਰਵਾਈ ਜਿਹੜੀ ਕਰਨੀ ਪਈ। ਅਜਿਹੇ ਵਿੱਚ ਇੰਨੇ ਜ਼ਿਆਦਾ ਲੋਕ, ਜਦੋਂ ਆਲਰੇਡੀ ਮਹਾਰਾਸ਼ਟਰ ਦਾ ਹਾਲ ਜਿਹੜਾ ਹੈ ਉਹ ਤਰਸਯੋਗ ਹੋਵੇ, ਜਦੋਂ ਖਤਰੇ ਵਾਲਾ ਹੋਵੇ, ਅਜਿਹੀਆਂ ਤਸਵੀਰਾਂ ਜਦ ਸਾਹਮਣੇ ਆਉਂਦੀਆਂ ਨੇ, ਪੁਲਿਸ ਨੂੰ ਵੀ ਵੱਡੀ ਗਿਣਤੀ ਵਿੱਚ ਉਤਰਨਾ ਪੈਂਦਾ ਹੈਗਾ, ਤਾਂ ਮਨ ਜਿਹੜਾ ਹੈ ਉਹ ਉਦਾਸ ਹੁੰਦਾ। ਦੇਖੋ ਕਿੱਥੇ ਛੱਡ ਰਹੇ ਨੇ ਇਹ, ਕਿਸ ਤਰ੍ਹਾਂ ਦੇ ਨਾਲ ਇਹ ਲੋਕ ਜਿਹੜੇ ਨੇ, ਇਹਨਾਂ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਇਆ, ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਬਾਕੀਆਂ ਦੀ ਜਾਨ ਨੂੰ ਜੋਖਮ ਵਿੱਚ ਪਾਇਆ ਹੋਇਆ। ਸੋ ਇਹਨਾਂ ਦੇ ਹੱਥ ਵਿੱਚ ਕੋਈ ਵੀ ਬੈਗ ਜਿਹੜਾ ਹੈ ਨਜ਼ਰ ਨਹੀਂ ਆ ਰਿਹਾ। ਤੇ ਜਿਸ ਸਟੇਸ਼ਨ ਦੇ ਕੋਲ ਇਹ ਸੀਗੇ ਨਾ, ਜਿਸ ਬੱਸ ਸਟਾਪ ਤੇ ਇਕੱਠੇ ਹੋਏ ਸੀ, ਜਿਸ ਸਟੇਸ਼ਨ ਦੇ ਕੋਲ ਇਹ ਸੀਗੇ, ਉਸ ਵਕਤ ਤੇ ਇਸ ਵਕਤ ਤੇ UP ਬਿਹਾਰ ਵਾਲੀ ਸਾਈਡ ਤੇ ਕੋਈ ਗੱਡੀਆਂ ਵੀ ਨਹੀਂ ਸੀ ਜਾਂਦੀਆਂ। ਇਹ ਵੀ ਹੈਰਾਨੀ ਦੀ ਗੱਲ ਤੁਸੀਂ ਸੁਣੋ। ਸੋ ਅਜਿਹੇ ਵਿੱਚ ਸਵਾਲ ਜਿਹੜੇ ਨੇ ਉਹ ਬਣਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਲੋਕ ਜਿਹੜੇ ਇਕੱਠੇ ਹੋਏ, ਕਿਸ ਤਰ੍ਹਾਂ ਦੇ ਨਾਲ ਇਹ ਜਮਾਵੜਾ ਜਿਹੜਾ ਹੈ ਜੁਟਿਆ। ਇਸ ਤੇ ਕਾਰਵਾਈ ਜਿਹੜੀ ਹੈ ਕਾਫੀ ਅਨਨੋਨ ਲੋਕਾਂ ਖਿਲਾਫ FIR ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ। ਸੋ ਦਿੱਲੀ ਵਿੱਚ ਕੁਝ ਦਿਨ ਪਹਿਲਾਂ ਅਜਿਹਾ ਹੋਇਆ ਸੀ ਜਦੋਂ ਮਾਈਗ੍ਰੈਂਟਸ ਇਕੱਠੇ ਹੋ ਗਏ ਸਨ। ਸੋ ਮੁੰਬਈ ਦੇ ਹਾਲਾਤ ਦੇਖ ਕੇ ਅਰਵਿੰਦ ਕੇਜਰੀਵਾਲ ਨੂੰ ਟੈਨਸ਼ਨ ਹੋਈ। ਉਹਨਾਂ ਨੂੰ ਲੱਗਿਆ ਕਿ ਕਿਤੇ ਦਿੱਲੀ ਵਿੱਚ ਫਿਰ ਤੋਂ ਅਜਿਹੇ ਹਾਲਾਤ ਨਾ ਬਣਨ। ਸੋ ਉਹਨਾਂ ਨੇ ਅਪੀਲ ਕੀਤੀ। इसलिए मेरी हाथ जोड़ के आप सब लोगों से विनती है कि थोड़ा सा 3 मई के लिए और हम अनुशासन बनाए रखते हैं। पिछले 21 दिन में आप सब लोगों ने बहुत बढ़िया तरीके से अपने घर में रह के अनुशासन बना के रखा। अभी 3 मई तक अपने को और अनुशासन बना के रखना है। आप में से कई लोग हैं जो दिल्ली में बाहर से आके, कोई UP से आके रह रहे हैं, कोई बिहार से आके रह रहे हैं, कोई हरियाणा से आके रह रहे हैं, दूसरे राज्यों से आके दिल्ली के अंदर रह रहे हैं। आप में से कुछ लोग हैं, हो सकता है, जो कि अपने घर गांव वापस जाने के लिए बहुत ज़्यादा बेचैन हैं। मेरी आप सब लोगों से हाथ जोड़ के विनती है, 3 मई तक रुक जाइए। अभी अपनी बेचैनी को कंट्रोल करने की कोशिश कीजिए। अभी आप घर जाने की जल्दबाजी मत कीजिए, नहीं तो अगर पूरे देश के अंदर अफरा तफरी मच गई तो मुश्किल हो जाएगी। अगर आपको किसी भी चीज़ की कमी है, हम हैं, मैं हूँ, मैं आपको आश्वासन दिलाना चाहता हूँ। अगर खाने की कमी आ रही है, हमने खाने का बहुत इंतज़ाम कर रखा है, इतना इंतज़ाम कर रखा है कि किसी चीज़ की कमी नहीं है। हम आपको खाने की, दवाइयों की, सब चीज़ों की व्यवस्था कर रहे हैं। हम लोग बहुत लोगों को खाना खिला रहे हैं, खूब राशन पहुंचा रहे हैं। अगर किसी चीज़ की आपके घर में कमी हो, हमें बताइए, हम आपके घर पहुंचा देंगे। लेकिन प्लीज़ अभी अपने घर में रहिए। इस वक्त बहुत लोग आपको अफवाह फैलाने की कोशिश करेंगे। कोई कहेगा मैं आपको आपके गांव पहुंचा दूंगा, इतने पैसे दे दो। कोई नहीं पहुंचा सकता, किसी के चक्कर में मत आ जाना। कोई कहेगा फलानी जगह पे DTC की बसें खड़ी हैं, चलो। कोई DTC की बसें कहीं ले जा रही किसी को, किसी की अफवाह में मत आना। कोई कहेगा फलानी जगह चलो, वहाँ से बसें चलने वाली हैं,
यूपी गवर्नमेंट की बसें चल रही हैं, उस गवर्नमेंट की, फलानी गवर्नमेंट की बसें चल रही हैं। कोई बसें कहीं नहीं चल रही हैं, किसी की अफवाह में मत आना, नहीं तो दुर्गति होएगी सबकी, आपके पूरे परिवार की दुर्गति होएगी अगर सबको लेके निकल गए तो। अभी चारों तरफ अफवाह फैलाई जाने की कोशिश की जाएगी। किसी अफवाह में मत आना, शांति से अपने घर में रहिए, जहाँ हैं वहीं रहिए। आपको अगर किसी चीज़ की कमी है, आप हमारे ऊपर भरोसा कीजिए, हम सारी चीज़ों की व्यवस्था हमने की हुई है। अगर किसी चीज़ की कमी है हमें बताइए, हम आपकी चीज़ों को पूरा करेंगे। लेकिन इस वक्त पूरे देश को एकजुट होकर 3 मई तक इस लॉकडाउन को सफल बना। ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਅਪੀਲ ਕਰ ਰਹੇ ਨੇ ਮਾਈਗ੍ਰੈਂਟਸ ਨੂੰ ਕਿ ਜਿੱਥੇ ਹੋ ਉੱਥੇ ਹੀ ਰਹੋ, ਕਿਉਂਕਿ ਹੁਣ ਇਸ ਵਕਤ ਦੇ ਉੱਤੇ ਕਿਸੇ ਵੀ ਤਰੀਕੇ ਦੀ ਮਾਈਗ੍ਰੇਸ਼ਨ ਜਿਹੜੀ ਹੈ ਉਹ ਸੈਂਸੀਬਲ ਨਹੀਂ ਹੈ। ਬਾਰ-ਬਾਰ ਇਹੀ ਕਿਹਾ ਜਾ ਰਿਹਾ ਹੈ, ਤਾਂ ਵੀ ਸਬਜ਼ੀ ਮੰਡੀਆਂ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਮਿਲਦੀਆਂ ਨੇ ਜਿਵੇਂ ਆਮ ਦਿਨ ਹੋਣ। ਦੇਖੋ ਗਰੋਸਰੀ ਸਭ ਨੇ ਲੈਣ ਜਾਣਾ ਹੈਗਾ, ਇਹ ਗੱਲ ਜਿਹੜੀ ਹੈ ਸਭ ਨੂੰ ਸਮਝ ਆਉਂਦੀ ਹੈ। ਮੇਰੇ ਘਰ ਵੀ ਗਰੋਸਰੀ ਚਾਹੀਦੀ, ਤੁਹਾਡੇ ਘਰ ਵੀ ਗਰੋਸਰੀ ਚਾਹੀਦੀ, ਆਮ ਸਮਾਨ ਜਿਹੜਾ ਹੈ ਚਾਹੀਦਾ। ਜੇ ਐਸੈਂਸ਼ੀਅਲਸ ਘਰ ਦੇ ਵਿੱਚ ਹੀ ਮਿਲਣਗੀਆਂ ਤਾਂ ਲੋਕ ਜਿਹੜੇ ਨੇ ਉਹ ਬਾਹਰ ਨਹੀਂ ਜਾਣਗੇ, ਪਰ ਕੁਝ ਲੋਕ ਅਜਿਹੇ ਨੇ ਜਿਹੜੇ ਐਸੈਂਸ਼ੀਅਲਸ ਘਰ ਮਿਲਣ ਤੋਂ ਬਾਅਦ ਵੀ ਬਾਹਰ ਜਾਂਦੇ ਨੇ। ਸੋ ਅਜਿਹੇ ਵਿੱਚ ਜਾਨ ਨੂੰ ਜੋਖਮ ਵਿੱਚ ਪਾਉਣਾ ਸਹੀ ਨਹੀਂ ਹੈ। ਕਿਤੇ ਕਿਤੇ ਅਸੀਂ ਵੀ ਡਿਲੀਵਰੀਜ਼ ਤੋਂ ਖੁੰਝ ਰਹੇ ਹਾਂ, ਕਿਤੇ ਪੁਲਿਸ ਵੀ ਸਹੀ ਕੰਮ ਨਹੀਂ ਕਰ ਰਹੀ, ਕਿਤੇ ਕਿਤੇ ਹਰ ਤਰ੍ਹਾਂ ਦੀ ਦਿੱਕਤਾਂ ਜਿਹੜੀਆਂ ਨੇ ਅਸੀਂ ਨਜਿੱਠ ਰਹੇ ਹਾਂ। ਹਰ ਤਰ੍ਹਾਂ ਨਾਲ ਅਸੀਂ ਇੱਕ ਤਰੀਕੇ ਦੇ ਨਾਲ ਖੁਦ ਨੂੰ ਆਕਸੀਜਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਤਰੀਕੇ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ ਕਿ ਜਿਹੜੇ ਜਾਨ ਜੋਖਮ ਵਿੱਚ ਪਾਉਣੇ। ਤੁਸੀਂ ਤਸਵੀਰਾਂ ਦੇਖੋਗੇ, ਇਹ ਬੈਂਕ ਦੀਆਂ ਤਸਵੀਰਾਂ ਨੇ, ਇਹ ਬਿਹਾਰ ਦੀਆਂ ਵੀ ਨੇ, ਵੈਸਟ ਬੰਗਾਲ ਦੀਆਂ ਵੀ ਨੇ, ਮਿਕਸ ਜਿਹਾ ਕਰਕੇ ਤਸਵੀਰਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਜਿਹੜੇ ਤੁਸੀਂ ਆਪਣੀ ਟੀਵੀ ਸਕਰੀਨਸ ਤੇ ਦੇਖੋਗੇ। ਤੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਤੁਹਾਨੂੰ ਬਾਅਦ ਚ ਦਿਖਾਉਂਦੇ ਆ, ਇਹ ਤਸਵੀਰਾਂ ਤੁਹਾਨੂੰ ਅਸੀਂ ਬਾਅਦ ਚ ਦਿਖਾਉਂਦੇ ਆ। ਪਰ ਤੁਹਾਨੂੰ ਮੈਂ ਦੱਸ ਦੇਵਾਂ ਕਿ ਬੈਂਕਸ ਦੇ ਬਾਹਰ ਜਿਹੜੀਆਂ ਨੇ ਉਹ ਲਾਈਨਸ ਜਿਹੜੀਆਂ ਉਹ ਲਗਾਤਾਰ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ। ਇਸੇ ਦਰਮਿਆਨ ਤੁਹਾਨੂੰ ਦੁਨੀਆ ਦਾ ਹਾਲ ਦੱਸ ਦਈਏ, ਫਿਰ ਅਸੀਂ ਤੁਹਾਨੂੰ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫੇਰ ਤੋਂ ਐਕਸ਼ਨ ਵਿੱਚ ਨੇ। ਕਹਿ ਰਹੇ ਨੇ ਕਿ ਲੋਕਡਾਊਨ ਦਾ ਜਿਹੜਾ ਇੰਨਾ ਬਹੁਤਾ ਜਿਹੜਾ ਫਾਇਦਾ ਨਹੀਂ ਹੈਗਾ, ਫਾਇਦਾ ਹੈਗਾ ਟੈਸਟਿੰਗ ਦਾ, ਟ੍ਰੇਸਿੰਗ ਦਾ, ਟ੍ਰੀਟਮੈਂਟ ਦਾ, ਬਈ ਅਸੀਂ ਕਿਸ ਤਰੀਕੇ ਨਾਲ ਅਸੀਂ ਸਿੱਖ ਲਈਏ ਕੋਰੀਆ ਤੋਂ। ਸੋ ਇਸ ਤਰ੍ਹਾਂ ਦੀ ਗੱਲਾਂ ਕਹਿ ਰਹੇ ਨੇ। ਪਰ ਉਸ ਤੋਂ ਪਹਿਲਾਂ ਦੁਨੀਆ ਤੋਂ ਕਰੋਨਾ ਕੀ ਕਹਿ ਰਿਹਾ ਹੈ, ਹੁਣ ਤੱਕ 1,26,000 ਜਿਹੜੀਆਂ ਨੇ ਦੁਨੀਆ ਦੇ ਵਿੱਚ ਮੌਤਾਂ ਹੋ ਗਈਆਂ ਨੇ। ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ 99 ਸਾਲਾ ਸੈਨਿਕ ਨੇ ਕਰੋਨਾ ਨੂੰ ਮਾਤ ਦੇ ਦਿੱਤੀ, ਇਹ ਚੰਗੀ ਗੱਲ ਹੈ। ਫਰਾਂਸ ਨੇ ਚੀਨੀ ਰਾਜਦੂਤ ਨੂੰ ਸੰਮਨ ਭੇਜਿਆ। ਸੋ ਅਸੀਂ ਜੇ ਗੱਲ ਕਰੀਏ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਨਾਲ ਹੁਣ ਤੱਕ 19,97,906 ਲੋਕ ਜਿਹੜੇ ਨੇ ਉਹ ਸੰਕਰਮਿਤ ਹੋ ਚੁੱਕੇ ਨੇ, ਪੀੜਤ ਹੋ ਚੁੱਕੇ ਨੇ। 97 ਜਿਹੜੇ ਨੇ 19,97,906 ਲੋਕ ਜਿਹੜੇ ਨੇ ਉਹ ਸੰਕਰਮਿਤ ਹੋ ਚੁੱਕੇ ਨੇ। 1,26,604 ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਲਗਭਗ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ 4,78,557 ਮਰੀਜ਼ ਜਿਹੜੇ ਨੇ ਉਹ ਠੀਕ ਵੀ ਹੋਏ ਨੇ। ਅੰਕੜੇ ਵੀ ਤੁਹਾਨੂੰ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਧਰ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ 99 ਸਾਲ ਦੇ ਸੈਨਿਕ ਇਨਮਾਰਡੋ ਪਿਵੇਟਾ ਮੰਗਲਵਾਰ ਨੂੰ ਕਰੋਨਾ ਸੰਕਰਮਣ ਤੋਂ ਠੀਕ ਹੋ ਗਏ। ਪਿਵੇਟਾ ਨੇ ਬ੍ਰਾਜ਼ੀਲ ਦੀ ਥਲ ਸੈਨਾ ਵਿੱਚ ਸੈਕੰਡ ਲੈਫਟੀਨੈਂਟ ਦੇ ਤੌਰ ਤੇ ਸੇਵਾਵਾਂ ਦਿੱਤੀਆਂ ਨੇ। ਉਹਨਾਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਾਜ਼ੀਲ ਦੀ ਵੱਲੋਂ ਅਫਰੀਕਾ ਵਿੱਚ ਜੰਗ ਲੜੀ ਸੀ। ਫਿਰ ਉਹਨਾਂ ਨੂੰ ਜਿਹੜਾ ਹੈ ਬਾਰਸਲੋਨਾ ਸਥਿਤ ਸੈਨਾ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। 8 ਦਿਨ ਦੇ ਇਲਾਜ ਦੇ ਬਾਅਦ ਉਹ ਹਰੇ ਰੰਗ ਦਾ ਆਰਮੀ ਕੈਪ ਪਾ ਕੇ ਬਾਹਰ ਨਿਕਲੇ ਤੇ ਉਹਨਾਂ ਨੇ ਟਰੰਪਟ ਵਜਾ ਕੇ ਜਿਹੜਾ ਹੈ ਉਹਨਾਂ ਨੂੰ ਵਧਾਈ ਦਿੱਤੀ ਗਈ। ਸੋ ਚੰਗੀਆਂ ਖਬਰਾਂ ਜਦੋਂ ਇਸ ਦਰਮਿਆਨ ਆ ਰਹੀਆਂ ਨੇ, ਕੋਈ ਇੱਕ ਦੋ ਹੀ ਚੰਗੀਆਂ ਖਬਰਾਂ ਆ ਰਹੀਆਂ ਨੇ, ਉਹ ਵੀ ਰਾਹਤ ਦੇ ਰਹੀਆਂ ਨੇ। ਉੱਥੇ ਫਰਾਂਸ ਦੇ ਵਿਦੇਸ਼ ਮੰਤਰੀ ਨੇ ਚੀਨੀ ਦੂਤਾਵਾਸ ਦੇ ਰਾਜਦੂਤ ਨੂੰ ਇੱਕ ਲੇਖ ਵਿੱਚ ਯੂਰਪ ਦੀ ਆਲੋਚਨਾ ਕਰਨ ਦੇ ਲਈ ਸੰਮਨ ਜਿਹੜਾ ਹੈ ਉਹ ਭੇਜਿਆ ਹੈ। ਸੋ ਦੁਨੀਆ ਦਾ ਹਾਲ ਜਿਹੜਾ ਇਹ ਹੈ। ਉੱਥੇ ਅਮਰੀਕਾ ਦੀ ਗੱਲ ਕਰੀਏ, 24 ਘੰਟੇ ਵਿੱਚ 2,407 ਲੋਕਾਂ ਦੀ ਜਾਨ ਗਈ ਹੈ। ਅਮਰੀਕਾ ਦੀ ਐਵਰੇਜ ਪਰ ਡੇ ਜਾਨ ਦੀ 1500-1600 ਦੀ ਐਵਰੇਜ ਹੈਗੀ ਹੈ ਤੇ ਹੁਣ ਇਹ ਐਵਰੇਜ ਵੀ ਜਿਹੜੀ ਹੈ ਉਹ ਇਨਕਰੀਜ਼ ਹੋਈ ਜਾ ਰਹੀ ਹੈਗੀ ਹੈ। 24 ਘੰਟੇ ਵਿੱਚ 2,407 ਲੋਕਾਂ ਦੀ ਜਾਨ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਮੌਤਾਂ ਦਾ ਅੰਕੜਾ ਜਿਹੜਾ ਹੈ ਉਹ 26,047 ਹੋ ਗਿਆ। ਇਹ ਸੰਕਰਮਣ ਦੇ 26,945 ਨਵੇਂ ਮਾਮਲੇ ਸਾਹਮਣੇ ਆਏ ਨੇ ਇੱਥੇ, ਤੇ ਦੇਸ਼ ਵਿੱਚ ਸੰਕਰਮਿਤਾਂ ਦੀ ਜਿਹੜੀ ਗਿਣਤੀ ਹੈ ਉਹ 6,13,886 ਹੋ ਗਈ ਹੈ। ਸੋ ਅਜਿਹੇ ਵਿੱਚ ਕੋਈ ਬਹੁਤ ਹੀ
ਵੱਡੀ ਕਾਢ ਜਿਹੜੀ ਹੈ ਨਿਕਲਣ ਦੀ ਲੋੜ ਹੈਗੀ ਆ ਹਰ ਪੱਧਰ ਦੇ ਉੱਤੇ, ਕਿਉਂਕਿ ਇੱਥੇ ਦਾ ਜਿਹੜਾ ਫੈਲਾਅ ਹੈ ਉਹ ਵਾਕਈ ਖਤਰੇ ਵਾਲਾ ਹੈ, ਵਾਕਈ ਫੈਲਾਉਣ ਵਾਲਾ ਹੈਗਾ। ਅਜੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ, ਅਸੀਂ ਲਗਾਤਾਰ ਤੁਹਾਨੂੰ ਅਪਡੇਟਸ ਤੇ ਦਿੰਦੇ ਰਵਾਂਗੇ, ਹਾਲ ਦਾ ਦੱਸਦੇ ਰਵਾਂਗੇ, ਪਰ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਹ ਬੈਕ ਇਨ ਐਕਸ਼ਨ ਨੇ, ਕਹਿ ਰਹੇ ਨੇ ਕਿ ਸਾਨੂੰ एग्जाम्पल्स लैन की लोड़ है, उदाहरण लैन की लोड़ है कोरिया तो, सानू केरला तो एग्जाम्पल्स लैन की लोड़ है कि किस तरह के नाल उन्होंने अपने केस जड़े ने अगे वधन नहीं दिते, किस तरह के नाल हॉटस्पॉट्स जड़े ने उन्होंने आइडेंटिफाई किया, उन्होंने ट्रेसिंग की, ट्रीटमेंट की। सो अरविंद केजरीवाल ये गल पहला कह चुके हैं, पर हुण नवजोत सिंह सिद्धू कह रहे हैं कहते रोग होवे भावें अग होवे शुरू च नप लो, जे इहनूं फैलण दिता ना ਤੇ ਫਿਰ ਇਹ ਬੇਕਾਬੂ ਹੋ ਜਾਂਦੀ ਹੈ। ਹੁਣ ਆਪਣੇ ਕੋਲ ਸਭ ਤੋਂ ਵੱਡੀ ਸਮੱਸਿਆ ਕੀ ਹੈ ਪਿਆਰੇ ਪੰਜਾਬੀਓ, ਕਿ ਆਪਾਂ ਲੋਕਡਾਊਨ ਦੇ ਵਿੱਚ ਬੰਨੇ ਗਏ। ਜਿਵੇਂ ਚੱਕਰਵਿਊਹ ਦੇ ਵਿੱਚ ਬੰਦਾ ਬੰਨਿਆ ਜਾਂਦਾ ਨਾ, ਉਹਨੂੰ ਨਿਕਲਣਾ ਆਉਣਾ ਚਾਹੀਦਾ, ਉਹਨੂੰ ਬਾਹਰ ਨਿਕਲਣਾ ਆਉਣਾ ਚਾਹੀਦਾ, ਔਰ ਇਹੀ ਸਭ ਤੋਂ ਵੱਡੀ ਚੀਜ਼ ਹੈ। ਕਿਉਂਕਿ ਲੋਕਡਾਊਨ ਕੋਈ ਹੱਲ ਨਹੀਂ ਹੈਗਾ, ਇਹ ਤੇ ਟੈਂਪਰੇਰੀ ਇਲਾਜ ਹੈ। ਔਰ ਟੈਂਪਰੇਰੀ ਇਲਾਜ ਵੀ ਇਸ ਤਰ੍ਹਾਂ ਕਿ ਇਹ ਸਰਕਾਰਾਂ ਨੂੰ ਟਾਈਮ ਦਿੰਦਾ, ਇਟ ਬਾਈਜ਼ ਯੂ ਟਾਈਮ, ਔਰ ਇਹ ਤੁਹਾਡੇ ਹੈਲਥ ਸਿਸਟਮ ਦੇ ਉੱਤੇ ਦਬਾਅ ਨੂੰ ਘਟਾ ਦਿੰਦਾ ਤਾਂ ਕਿ ਤੁਸੀਂ ਰਿਸਪੌਂਡ ਕਰ ਸਕੋ। ਪਰ ਅਸਲੀ ਇਲਾਜ ਕਿੱਥੇ ਹੈ? ਅਸਲੀ ਇਲਾਜ ਇਸ ਸਮੱਸਿਆ ਦਾ ਜਿਹੜਾ ਕਿ ਪਰਮਾਨੈਂਟ ਇਲਾਜ ਹੈ ਉਹ ਇਹ ਹੈ ਕਿ ਤੁਸੀਂ ਸਿਸਟਮ ਸੈੱਟ ਕਰੋ। ਕਿਹੜੇ ਸਿਸਟਮ? ਉਹ ਸਿਸਟਮ ਜਿਹੜੇ ਟਰੇਸ ਕਰ ਸਕਣ ਵੀ ਬਿਮਾਰੀ ਹੈ ਕਿੱਥੇ, ਕਿਹਨੂੰ ਹੈ, ਫਿਰ ਉਹਦਾ ਟੈਸਟ ਕਰ ਸਕਣ ਵੀ ਕੀ ਜ਼ੁਕਾਮ ਹੈ ਕਿ ਆ ਜੈਨੂਇਨਲੀ ਬਿਮਾਰ ਹੈ, ਇਹਨੂੰ ਕਰੋਨਾ ਵਾਇਰਸ ਹੈ, ਫਿਰ ਉਹਦੀ ਟਰੈਕਿੰਗ ਕਰ ਸਕੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਆਰੇ ਪੰਜਾਬੀਓ, ਚਾਹੇ ਕੋਰੀਆ ਹੋਵੇ ਤੇ ਚਾਹੇ ਕੇਰਲਾ ਹੋਵੇ, ਇਹ ਦੋ ਸੂਬਿਆਂ ਦੀ ਗੱਲ ਕਰੂੰਗਾ ਅੱਜ ਮੈਂ। ਪਹਿਲਾ ਜਿਹੜਾ ਕੇਸ ਲੱਭਿਆ ਉਹਨਾਂ ਨੇ, ਉਹ ਇੰਨੇ ਕੁ ਲੋਕਾਂ ਨਾਲ ਸੰਪਰਕ 'ਚ ਆ ਚੁੱਕਿਆ ਸੀ ਕਿ ਉਹਨਾਂ ਨੂੰ ਟਰੈਕਿੰਗ ਕਰਨੀ ਪਈ। ਤੁਸੀਂ ਸਮਝੋ ਕਿ ਟਰੈਕਿੰਗ ਹੈ ਕਿ ਜਦੋਂ ਤੁਸੀਂ ਟੈਸਟ ਕਰ ਲਿਆ ਵੀ ਪਹਿਲਾ ਬੰਦਾ ਕੌਣ ਹੈ, ਫਿਰ ਉਹਦੀ ਤੁਸੀਂ ਟਰੈਕਿੰਗ ਕੀਤੀ ਵੀ ਉਹ ਕਿਹਨਾਂ ਨਾਲ ਸੰਪਰਕ 'ਚ ਆਇਆ ਸੀ, ਔਰ ਫਿਰ ਤੁਸੀਂ ਉਹਨਾਂ ਨੂੰ ਵੀ ਨਾਲ ਫੜਨਾ ਔਰ ਉਹਨਾਂ ਦੀ ਵੀ ਟੈਸਟਿੰਗ ਕਰਨੀ ਹੈ। ਔਰ ਉਸ ਟੈਸਟਿੰਗ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗ ਜੂਗਾ ਵੀ ਸਿਸਟਮ 'ਚੋਂ ਕਿਹਨੂੰ ਬਾਹਰ ਕੱਢਣਾ। ਕਿਉਂਕਿ ਜੇ ਉਹ ਬੰਦਾ ਸਿਸਟਮ 'ਚ ਰਹਿ ਗਿਆ, ਫਿਰ ਕਿਤੇ ਗੋਭੀ ਲੈਣ ਗਿਆ, ਕਿਤੇ ਦੁੱਧ ਲੈਣ ਗਿਆ, ਉਹ ਫੈਲਾਊ ਔਰ ਉਹ ਅੱਗ ਵਾਂਗੂ ਆਸੇ-ਪਾਸੇ ਜਾਊ। ਇਸ ਕਰਕੇ ਸਭ ਤੋਂ ਵੱਡੀ ਚੀਜ਼ ਹੈਗੀ ਹੈ ਸਿਸਟਮ। ਇਹ ਸਿਸਟਮ ਸੈੱਟ ਕਰਨੇ, ਟਰੇਸ, ਟਰੀਟ, ਟਰੈਕ ਐਂਡ ਫਿਰ ਕੁਆਰੰਟਾਈਨ, ਫਿਰ ਉਹਨੂੰ ਆਈਸੋਲੇਟ ਕਰ ਦਿਓ, ਫਿਰ ਉਹਨੂੰ ਅੱਡ ਕਰ ਦਿਓ ਔਰ ਅੱਡ ਕਰਕੇ ਇਸ ਰੋਗ ਦਾ ਪੂਰੀ ਤਰ੍ਹਾਂ ਇਲਾਜ ਕਰੋ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਜਿੱਤੇ ਹੋਏ ਕੌਣ ਨੇ? ਕੋਰੀਆ ਔਰ ਹਿੰਦੁਸਤਾਨ ਦੇ ਵਿੱਚ ਕੇਰਲਾ। ਕੇਰਲਾ ਕੋਰੀਆ ਤੋਂ ਵੀ ਉੱਤੇ ਹੈ ਮਿੱਤਰਾ। ਇਹ ਮਤਲਬ ਗਰਵ ਦੀ ਗੱਲ ਹੈ, ਪੱਗ ਉੱਚੀ ਕਰਨ ਵਾਲੀ ਗੱਲ ਹੈ। ਮੋਰਟੈਲਿਟੀ ਰੇਟ 100 ਚੋਂ ਕਿੰਨੇ ਬੰਦੇ ਮਰੇ? 0.5% ਹੈ। 374 ਬੰਦਿਆਂ ਦੇ ਵਿੱਚੋਂ 2 ਮਰਨ ਦਿੱਤੇ ਆ ਕੇਰਲਾ ਨੇ, ਔਰ ਕੋਰੀਆ ਨੇ 214 ਬੰਦੇ ਮਰਨ ਦਿੱਤੇ ਆ। ਮੋਰਟੈਲਿਟੀ ਰੇਟ 100 ਦੇ ਵਿੱਚੋਂ 2 ਹੈ। ਲੇਕਿਨ ਕੋਰੀਆ ਨੇ ਇਹੋ ਜਿਹਾ ਕੀ ਕੀਤਾ, ਔਰ ਉਹਦਾ ਮੈਂ ਕੰਪੈਰੀਜ਼ਨ ਕਰੂੰਗਾ ਇੱਕ ਬਹੁਤ ਬੜੀ ਵੱਡੇ ਮੁਲਕ ਦੇ ਨਾਲ, ਜਿਹਦੇ ਅਸੀਂ ਬੜਾ ਮਾਣ ਕਰਦੇ ਹਾਂ, ਜਿਹਦੇ ਕੋਲ ਬੜੇ ਵੱਡੇ ਰਿਸੋਰਸਿਸ ਨੇ, ਲੇਕਿਨ ਉਹ ਥੋੜੀ ਜਿਹੀ ਢਿੱਲ ਕੀਤੀ, ਡੋਰ ਥੋੜੀ ਜਿਹੀ ਢਿੱਲੀ ਕੀਤੀ ਤੇ ਫੈਲਾਅ ਪੂਰਾ ਦਾ ਪੂਰਾ ਆ ਗਿਆ। ਕੋਰੀਆ ਨੇ ਪਿਆਰੇ ਪੰਜਾਬੀਓ ਪਹਿਲਾਂ ਵੀ ਹੱਥ ਫੂਕੇ ਸੀ। ਮਰਜ਼ ਡਿਜ਼ੀਜ਼ ਆਈ ਸੀ, MERS 2015 ਦੇ ਵਿੱਚ। ਉਸ ਕਰਕੇ ਉਹ ਕਹਿੰਦੇ ਨੇ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾ ਮਾਰ ਪੀਂਦਾ। ਜਦੋਂ ਹੀ ਚਾਈਨਾ ਨੇ ਜੈਨੋ ਇਸ਼ੂ ਕੀਤਾ ਸੀਗਾ ਤਾਂ ਕੋਰੀਆ ਤਿਆਰ ਹੋ ਗਿਆ ਸੀ। ਉਹਨਾਂ ਕੋਲ ਕਿੱਟਾਂ ਪਹਿਲਾਂ ਹੀ ਸੀਗੀਆਂ, ਔਰ ਉਹ ਕਿੱਟਾਂ ਜਿਹੜੀਆਂ ਰੈਸਪੀਰੇਟਰੀ ਟਰੈਕਟ ਦੇ ਵਿੱਚ ਪਾਈਦੀਆਂ ਨੇ, ਜਿਹੜੀਆਂ ਪੂਰੀਆਂ ਪਹੁੰਚ ਕਰਦੀਆਂ ਨੇ, ਮਤਲਬ 100% ਤਾਂ ਨਹੀਂ ਲੇਕਿਨ ਪਹੁੰਚ ਕਰਦੀਆਂ ਨੇ। ਜਿਹੜੀਆਂ ਦੂਜੀਆਂ ਕਿੱਟਾਂ ਇੰਡੀਆ ਦੇ ਵਿੱਚ ਆ ਰਹੀਆਂ ਨੇ ਉਹ ਵੀ ਬਹੁਤ ਤਕੜੀਆਂ ਨੇ, ਲੇਕਿਨ ਉਨੀਆਂ ਜ਼ਿਆਦਾ ਚੰਗੀਆਂ ਨੇ। ਉਹਨਾਂ ਕੋਲ ਕਿੱਟਾਂ ਸੀਗੀਆਂ, ਉਹਨਾਂ ਨੇ ਚਾਈਨਾ ਤੋਂ ਮੰਗਾਈਆਂ, ਆਪਦੀਆਂ ਕਿੱਟਾਂ ਰੱਖੀਆਂ। ਤੇ ਪਿਆਰੇ ਪੰਜਾਬੀਓ 20,000 ਟੈਸਟ। ਕੋਈ ਸਮਝ ਲਓ ਕਿ ਇਸ ਲੋਕਡਾਊਨ ਚੋਂ ਨਿਕਲਣ ਦਾ ਜੇ ਕੋਈ ਜ਼ਰੀਆ ਹੈ, ਜੇ ਕੋਈ ਕੇਂਦਰ ਬਿੰਦੂ ਹੈ, ਜੇ ਕੋਈ ਧੁਰੀ ਹੈ, ਫਲਕਰਮ, ਪਿਵਟ, ਉਹ ਟੈਸਟਿੰਗ ਹੈ। ਟੈਸਟਿੰਗ ਉਹਨਾਂ ਨੇ 20,000 ਟੈਸਟ ਇੱਕ ਦਿਨ ਦੇ ਵਿੱਚ ਸ਼ੁਰੂ ਕਰਤੇ ਪਿਆਰੇ ਪੰਜਾਬੀਓ। ਔਰ ਉਸ ਪ੍ਰਣਾਲੀ ਨੂੰ ਉਹਨਾਂ ਨੇ ਚੁੱਕ ਕੇ, ਕਿਉਂਕਿ ਉਹਨਾਂ ਕੋਲ 635 ਟੈਸਟਿੰਗ ਸੈਂਟਰ ਸੀ, 635, ਉਹਨਾਂ ਨੇ ਕੀ ਕੀਤਾ, ਹਸਪਤਾਲਾਂ ਦੇ ਬਾਹਰ ਛੋਟੇ ਕੈਬਿਨ ਬਣਾ, ਛੋਟੇ ਕੈਬਿਨ ਉਹਨਾਂ ਨੂੰ ਸੈਨੀਟਾਈਜ਼ ਕਰਿਆ ਕਰਨ, ਉੱਥੇ ਬੰਦਾ ਇੱਕ ਵੜਿਆ ਕਰਨ, ਉਹਦੀ ਟੈਸਟਿੰਗ ਕਰਿਆ ਕਰਨ, ਔਰ ਥੋੜਾ ਟਾਈਮ ਲੈ ਕੇ ਉਹਨੂੰ ਬਾਹਰ ਕੱਢ ਦਿਆ ਕਰਨ। 6-7 ਤੋਂ ਸ਼ੁਰੂ ਹੋਇਆ ਸੀ ਕੋਰੀਆ, ਤੇ ਅਖੀਰ ਦੇ ਵਿੱਚ 80-90 ਇੱਕ ਦਿਨ 'ਚ ਇੱਕ ਕੈਬਿਨ ਦੇ ਵਿੱਚ ਉਹ ਟੈਸਟ ਕਰਨ ਲੱਗ ਗਏ।
ਡਰਾਈਵ ਥਰੂਜ਼ ਦੇ ਉੱਤੇ ਖੜ ਜਾਂਦੇ ਸੀ। ਜਿਹੜਾ ਬੰਦਾ ਲੰਘਦਾ ਸੀਗਾ ਉਹਦੇ ਮੂੰਹ ਦੇ ਵਿੱਚ ਨਾਲ ਦੀ ਨਾਲ ਥੁੱਕ ਤੋਂ ਲੈ ਲਿਆ ਜਾਂ ਨੱਕ ਚੋਂ ਲੈ ਲਿਆ, ਉਹਦੀ ਟੈਸਟਿੰਗ ਕੀਤੀ। ਮਤਲਬ ਇੱਕ ਬੰਦੇ ਨੂੰ ਜਿਹਨੂੰ ਹੋਇਆ ਹੈ ਉਹਨੂੰ 4-4 ਵਾਰ ਟੈਸਟ ਕੀਤਾ ਹੋਇਆ ਸੀਗਾ, ਫਿਰ ਉਹਨੂੰ ਸਿਸਟਮ 'ਚ ਪਾ ਦਿੰਦੇ ਸੀ, ਐਪ ਦੇ ਵਿੱਚ ਪਾ ਦਿੰਦੇ ਸੀਗੇ ਵੀ ਫੋਨ ਦੇ ਉੱਤੇ ਇਹ ਆ ਜਾਂਦਾ ਸੀ। ਜਦੋਂ ਟਰੈਕਿੰਗ ਹੁੰਦੀ ਸੀ ਫੋਨ ਤੇ ਇਹ ਆ ਜਾਂਦਾ ਸੀ ਵੀ ਫਲਾਣੇ ਬੰਦੇ ਨੂੰ ਬਿਮਾਰੀ ਹੈ। ਜਦੋਂ ਉਹ ਬਾਜ਼ਾਰ 'ਚ ਲੰਘਦਾ ਸੀ ਤੇ ਦੂਜਿਆਂ ਨੂੰ ਫੋਨ ਤੇ ਪਤਾ ਲੱਗਦਾ ਵੀ ਆਹ ਬੰਦਾ ਲਾਗੇ ਆ ਗਿਆ, ਇੱਥੇ ਜਾਣਾ ਨਹੀਂ। ਤੁਸੀਂ ਸੋਚੋ ਕਿ ਕਿੱਡੀ ਤਕੜੀ ਤਿਆਰੀ ਸੀ ਤੁਸੀਂ ਇੰਡੀਆ ਦੇ ਵਿੱਚ ਜਦੋਂ ਆਓਗੇ ਤੇ ਕੇਰਲਾ ਨੇ ਕੀਤੀ। ਹਿੰਦੁਸਤਾਨ ਨੇ 15,000 ਕਰੋੜ ਦਾ ਪੈਕੇਜ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ ਅਲਾਟ ਕੀਤਾ, ਲੇਕਿਨ ਕੇਰਲਾ ਨੇ 20,000 ਕਰੋੜ ਦਾ ਪੈਕੇਜ ਪਹਿਲਾਂ ਹੀ ਅਲਾਟ ਕਰ ਦਿੱਤਾ ਸੀ ਆਪਣੇ ਲੋਕਾਂ ਨੂੰ। ਉਹ ਇੱਥੇ ਤੇ ਕਹਿ ਕਿ ਲੋਕਡਾਊਨ ਦੇ ਵਿੱਚ ਸਭ ਤੋਂ ਅਹਿਮ ਗੱਲ ਹੈ ਕਿ ਤੁਸੀਂ ਲੋਕਾਂ ਕੋਲ ਖਾਣਾ ਪਹੁੰਚਾਉਣਾ। ਪਿਆਰੇ ਪੰਜਾਬੀਓ, ਕੁਕਡ ਫੂਡ ਪ੍ਰੀਪੇਅਰਡ ਫੂਡ ਪਹੁੰਚਾਈ ਜਾਂਦੇ ਸੀ, ਉਹਦੇ ਨਾਲ ਅਨਾਜ ਪਹੁੰਚਾਈ ਜਾਂਦੇ ਸੀ, ਉਹਦੇ ਨਾਲ ਟੈਸਟਿੰਗ ਸੈਂਟਰਸ, ਛੋਟੇ ਛੋਟੇ ਕਿਓਸਕ ਖੋਲ ਦਿੱਤੇ ਸੀਗੇ। ਕੇਰਲਾ ਦਾ ਪਹਿਲਾ ਕੇਸ ਚਾਈਨਾ ਤੋਂ ਆਇਆ ਸੀ, ਉਹਨੂੰ ਟਰੈਕ ਡਾਊਨ ਕੀਤਾ, ਲੇਕਿਨ ਫਿਰ ਉਹਨਾਂ ਦੇ ਸਿਸਟਮ 'ਚੋਂ ਇੱਕ ਇਟਾਲੀਅਨ ਪਰਿਵਾਰ ਨਿਕਲ ਗਿਆ, ਉਹਦੇ ਮਗਰ ਲੱਗ ਗਏ। ਜਦ ਤੱਕ ਉਹ ਲੱਭਿਆ ਨਹੀਂ, ਪਿੱਛਾ ਨਹੀਂ ਛੱਡਿਆ। ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਕੁਆਰੰਟਾਈਨ ਕੀਤਾ ਔਰ ਉਹਨਾਂ ਦੇ ਸੰਪਰਕ ਦੇ ਵਿੱਚ ਵੀ ਜਿਹੜੇ ਆਏ ਸੀ ਉਹਨਾਂ ਨੂੰ ਵੀ ਨਾਲ ਟ੍ਰੀਟ ਕੀਤਾ। ਔਰ ਸਭ ਤੋਂ ਵੱਡੀ ਗੱਲ ਕਿ ਕੇਰਲਾ ਨੇ ਕਿਸੇ ਵੀ ਪੇਸ਼ੈਂਟ ਨੂੰ ਹੀਨ ਭਾਵਨਾ ਦਾ ਸ਼ਿਕਾਰ ਨਹੀਂ ਹੋਣ ਦਿੱਤਾ, ਕਿਉਂਕਿ ਇਹ ਬਿਮਾਰੀ ਐਡੀ ਵੱਡੀ ਹੈ, ਖੂਨ ਦੇ ਨਾਤੇ ਟੁੱਟੀ ਜਾਂਦੇ, ਘਰ ਦਾ ਨੇੜੇ ਨਹੀਂ ਲੱਗਦਾ। ਇਸ ਕਰਕੇ ਉਸ ਵੇਲੇ ਜਦੋਂ ਪੇਸ਼ੈਂਟ ਨੂੰ ਇਹ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਮੈਂ ਟੁੱਟਦਾ ਜਾਣਾ ਔਰ ਮੈਂ ਤੇ ਮਰ ਹੀ ਜਾਣਾ, ਯਾਦ ਰੱਖਣਾ ਇਹ ਮਾਨਸਿਕ ਮਨੋਬਲ ਬੜੀ ਵੱਡੀ ਚੀਜ਼ ਹੈ। ਇੱਕ ਨੂੰ ਡੱਡੂ ਖਾਣਾ ਸੱਪ ਲੜਦਾ ਉਹ ਮਰ ਜਾਂਦਾ, ਦੂਜੇ ਨੂੰ ਕੋਬਰਾ ਲੜਦਾ ਉਹ ਜੂਝਦਾ ਹਸਪਤਾਲ ਪਹੁੰਚ ਜਾਂਦਾ। ਇਸ ਕਰਕੇ ਇਹ ਮਨ ਨੂੰ ਤਕੜਾ ਕਰਨਾ ਬੜਾ ਜ਼ਰੂਰੀ ਹੈ। ਕੇਰਲਾ ਨੇ ਸਭ ਤੋਂ ਵੱਡੀ ਗੱਲ ਇਹ ਕੀਤੀ ਕਿ ਉਹਨਾਂ ਨੇ ਮਨ 'ਚ ਲੜਾਈ ਲੜੀ ਲੋਕਾਂ ਦੇ। ਜਿਹਨੂੰ ਬਿਮਾਰੀ ਸੀ ਉਹਨੂੰ ਕਿਹਾ ਨਹੀਂ ਤੂੰ ਠੀਕ ਹੋ ਸਕਦਾ, ਔਰ ਉਹਨੂੰ ਇਲਾਜ ਕਰਕੇ ਆਪਣੇ ਪੈਰਾਂ ਤੇ ਖੜਾ ਕੀਤਾ ਔਰ ਸਿਸਟਮ ਐਡਾ ਤਕੜਾ ਕਰਤਾ ਕਿ ਅੱਜ ਕੇਰਲਾ ਆਲਮੋਸਟ ਜਿੱਤਿਆ ਹੋਇਆ ਕਿ 0.5%। ਸਿੰਗਾਪੁਰ ਹੀ ਹੈ ਇੱਕ ਵਰਲਡ ਦੇ ਵਿੱਚ ਮੁਲਕ ਜਿਹੜਾ 0.5% ਤੇ ਖੜਾ ਹੈ, ਔਰ ਕੇਰਲਾ 0.5% ਤੇ ਖੜਾ ਹੈ ਪਿਆਰੇ ਪੰਜਾਬੀਓ। ਔਰ ਕੇਰਲਾ ਦੇ ਨਾਲ ਮਹਾਰਾਸ਼ਟਰ ਵੀ ਜੂਝ ਰਿਹਾ। ਮਹਾਰਾਸ਼ਟਰ 'ਚ ਐਂ ਲੱਗਦਾ ਬਿਮਾਰੀ ਜ਼ਿਆਦਾ ਹੈ, ਇਹ ਬਿਮਾਰੀ ਕਰਕੇ ਨਹੀਂ ਹੈ, ਇਹ ਇਸ ਕਰਕੇ ਵੀ ਉਹਨਾਂ ਨੇ 36,000 ਟੈਸਟ ਕਰ ਲਏ, ਕੇਰਲਾ ਨੇ 15,000 ਟੈਸਟ ਕਰ ਲਏ। ਪਰ ਕੇਰਲਾ ਨੇ ਇਹਨੂੰ ਦੇ ਨਿਪਟ ਇਟ ਇਨ ਦੀ ਬਡ, ਇਹਨੂੰ ਸ਼ੁਰੂਆਤ 'ਚ ਹੀ ਫੜ ਲਿਆ, ਇਹਨੂੰ ਫੈਲਣ ਹੀ ਨਹੀਂ ਦਿੱਤਾ। ਇਸ ਕਰਕੇ ਕੇਰਲਾ ਪਹਿਲਾਂ ਜਿੱਤਿਆ, ਇਹ ਨਹੀਂ ਹਲੇ ਵੀ ਉੱਥੇ ਜੰਗ ਜਾਰੀ ਹੈ। ਸੋ ਸਿੱਧੂ ਜਦੋਂ ਆਉਂਦੇ ਨੇ ਤੇ ਕੁਛ ਨਾ ਕੁਛ ਜਿਹੜਾ ਹੈ ਉਹ ਜਿਹੀ ਗੱਲ ਲੈ ਕੇ ਆਉਂਦੇ ਨੇ ਵੀ ਜਿਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਸੋ ਕੋਰੀਆ ਤੋਂ, ਕੇਰਲਾ ਤੋਂ ਐਗਜ਼ਾਮਪਲਸ ਲੈਣ ਦੀ ਗੱਲ ਕਰ ਰਹੇ ਨੇ, ਟੈਸਟਿੰਗ ਦੀ ਗੱਲ ਕਰ ਰਹੇ ਨੇ, ਟ੍ਰੇਸਿੰਗ ਦੀ ਗੱਲ ਕਰ ਰਹੇ ਨੇ, ਟ੍ਰੀਟਮੈਂਟ ਦੀ ਗੱਲ ਕਰ ਰਹੇ ਨੇ, ਆਇਡੈਂਟੀਫਿਕੇਸ਼ਨ ਦੀ ਗੱਲ ਕਰ ਰਹੇ ਨੇ। ਸੋ ਲਗਾਤਾਰ ਸਿੱਧੂ ਜਿਹੜੇ ਨੇ ਉਹ ਹੁਣ ਦੁਬਾਰਾ ਤੋਂ ਇੱਕ ਐਕਟੀਵਿਟੀ ਵਿੱਚ ਨਜ਼ਰ ਆ ਰਹੇ ਨੇ। ਆਪਣੇ ਪੇਜ ਜਿਹੜਾ YouTube ਪੇਜ ਹੈਗਾ ਉਹਨਾਂ ਦਾ ਜਿੱਤੇਗਾ ਪੰਜਾਬ, ਉੱਥੇ ਕੁਛ ਨਾ ਕੁਛ ਜਿਹੜਾ ਜ਼ਰੂਰ ਪਾਉਂਦੇ ਰਹਿੰਦੇ ਨੇ ਤੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ। ਅੱਜ ਇਹ ਦਰਮਿਆਨ ਦੇ ਵਿੱਚ ਗਿਲ ਜੁਗਰਾਜ ਕਹਿ ਰਹੇ ਨੇ ਕਿ ਨਿਊਯਾਰਕ north side big problem of corona but in south not more। ਸੋ ਕਹਿ ਰਹੇ ਨੇ ਕਿ ਜਿਹੜਾ ਕਰੋਨਾ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਨਾਰਥ ਸਾਈਡ ਤੇ ਨਿਊਯਾਰਕ ਦੀ ਬਹੁਤ ਜ਼ਿਆਦਾ ਹੈਗੀ ਆ ਤੇ ਸਾਊਥ 'ਚ ਜ਼ਿਆਦਾ ਨਹੀਂ। ਤੁਹਾਨੂੰ ਨਿਊਯਾਰਕ ਦਾ ਪੂਰਾ ਜਿਹੜਾ ਹਾਲ ਹੈਗਾ, ਜਿਹੜੇ ਉੱਥੋਂ ਦੇ ਨਾਗਰਿਕ ਹੈਗੇ ਅਸੀਂ ਉਹਨਾਂ ਦਾ ਹਾਲ ਜਿਹੜਾ ਹੈ ਤੁਹਾਨੂੰ ਅੱਜ ਉਹ ਵੀ ਦਿਖਾਵਾਂਗੇ। ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ। ਇਸ ਦਰਮਿਆਨ ਮੈਂ ਦੇਖ ਰਹੀ ਸੀਗੀ ਕਿ ਜਿਹੜੇ ਲੋਕਡਾਊਨ ਵਿੱਚ ਭਾਰਤ ਦੇ ਵਿੱਚ ਜਿਹੜੇ ਪ੍ਰਾਈਵੇਟ ਕਲੀਨਿਕ ਹੈਗੇ ਆ ਨਾ, ਵੀ ਜਿੱਥੇ ਅੱਧੀ ਤੋਂ ਜ਼ਿਆਦਾ ਜਨਤਾ ਜਿਹੜੀ ਹੈ ਉਹ ਜਾਂਦੀ ਹੈਗੀ ਆ ਦੇਸ਼ ਦੀ, ਉਹ ਜਾਂ ਤਾਂ ਬੰਦ ਰਹਿ ਰਹੇ ਨੇ ਤੇ ਜਾਂ ਘੰਟੇ ਜਾਂ 2 ਘੰਟੇ ਲਈ ਖੋਲੇ ਜਾ ਰਹੇ ਨੇ। ਇਸ ਦਰਮਿਆਨ ਕੀ ਹੋ ਰਿਹਾ ਹੈ ਕਿ ਵੈਸੇ ਲੋਕ ਡਾਕਟਰ ਨੂੰ ਫੋਨ ਕਰਕੇ ਜਾਣਾ ਪਸੰਦ ਨਹੀਂ ਕਰ ਰਹੇ। ਸਹੀ ਵੀ ਨਹੀਂ ਹੈ, ਜੇ ਘਰ ਜਿਹੜੀ ਚੀਜ਼ ਤੁਹਾਨੂੰ ਚੀਜ਼ ਮਿਲ ਜਾਂਦੀ ਹੈ ਤੇ ਉਹ ਜ਼ਿਆਦਾ ਠੀਕ ਹੈਗੀ ਹੈ ਤੇ ਉਹ ਪ੍ਰਿਸਕ੍ਰਿਪਸ਼ਨ ਫੋਨ ਤੇ ਲੈ ਰਹੇ ਨੇ। ਦੂਜੀ ਗੱਲ ਇਹ ਹੈ ਕਿ ਬਿਨਾਂ ਪੀਪੀ ਸੁਰੱਖਿਆ ਕਿੱਟ ਦੇ ਡਾਕਟਰ ਕਿਸੇ ਨੂੰ ਵੀ ਕਿਸੇ ਵੀ ਪੇਸ਼ੈਂਟ ਨੂੰ ਦੇਖਣਾ ਜਿਹੜਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਤਾਂ ਕਰਕੇ ਉਹ ਕਲੀਨਿਕ ਹੀ ਬੰਦ ਕਰ ਰਹੇ ਨੇ। ਤੀਸਰੀ ਗੱਲ ਇਹ ਵੀ ਹੈ ਕਿ ਓਪੀਡੀ ਦੇ ਲਈ ਵੀ ਡਾਕਟਰ, ਕਿਉਂਕਿ ਜਾਨ ਦਾ ਹੁਣ ਮਸਲਾ ਬਣਿਆ ਹੋਇਆ ਤੇ ਜਿਹੜੀ ਨਾਰਮਲ ਓਪੀਡੀ ਹੁੰਦੀ ਹੈ ਡਾਕਟਰ ਉਸ ਦੇ ਲਈ ਵੀ ਜ਼ਿਆਦਾ ਪੈਸੇ ਜਿਹੜੇ ਨੇ ਪ੍ਰਾਈਵੇਟ ਕਲੀਨਿਕਸ ਵਾਲੇ ਉਹ ਵਸੂਲ ਰਹੇ ਨੇ। ਮਹਾਰਾਸ਼ਟਰ ਤੇ ਪੰਜਾਬ ਵਿੱਚ ਓਪੀਡੀ ਕਲੀਨਿਕ ਤੇ ਪ੍ਰਾਈਵੇਟ ਹਸਪਤਾਲ ਬੰਦ ਕਰਨ ਤੇ ਜਿਹੜੀ ਸਖਤੀ ਹੈ ਤੇ ਸਰਕਾਰ ਨੇ ਕਿਹਾ ਹੈ ਕਿ ਜੇ ਕੋਈ ਅਜਿਹਾ ਕਰੇਗਾ, ਜੇ ਕੋਈ ਪ੍ਰਾਈਵੇਟ ਕਲੀਨਿਕ ਬੰਦ ਕਰੇਗਾ, ਹਸਪੀਟਲ ਬੰਦ ਕਰੇਗਾ ਤੇ ਉਸ ਤੇ ਸਖਤੀ ਹੋਏਗੀ, ਉਸ ਦਾ ਲਾਇਸੈਂਸ ਜਿਹੜਾ ਹੈ ਉਹ ਕੈਂਸਲ ਕਰ ਦਿੱਤਾ ਜਾਏਗਾ। ਸੋ ਅਜਿਹੇ ਵਿੱਚ ਕਿਉਂਕਿ ਸਿਹਤ ਸੇਵਾਵਾਂ ਤਾਂ ਚਾਹੀਦੀਆਂ ਨੇ ਨਾ ਜੀ, ਸਿਹਤ ਸੇਵਾਵਾਂ ਤਾਂ ਚਾਹੀਦੀਆਂ। ਸੋ ਇਹਨਾਂ ਨੂੰ ਦੇਸ਼ ਦੇ ਵਿੱਚ ਸਹੀ ਤਰ੍ਹਾਂ ਨਾਲ ਇਹਨਾਂ ਨੂੰ ਸਟ੍ਰੀਮਲਾਈਨ ਕਰਨਾ ਬਹੁਤ ਜ਼ਿਆਦਾ ਜਿਹੜਾ ਹੈ ਉਹ ਜ਼ਰੂਰੀ ਹੈਗਾ।
ਜੇ ਪ੍ਰਾਈਵੇਟ ਹੈਲਥ ਸੈਕਟਰ ਦੀ ਗੱਲ ਕਰੀਏ ਤਾਂ ਜਿਹੜੀ ਸ਼ਹਿਰੀ ਆਬਾਦੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਇੱਥੇ ਜਾਂਦੀ ਹੈਗੀ ਆ, ਸਭ ਤੋਂ ਜ਼ਿਆਦਾ। ਤੇ ਪ੍ਰਾਈਵੇਟ ਹੈਲਥ ਸੈਕਟਰ ਦੀ ਜਿਹੜੀ ਸ਼ਹਿਰੀ ਆਬਾਦੀ ਹੈਗੀ ਆ ਉਹ 55.10% ਦੀ ਜਿਹੜੀ ਇੱਥੇ ਜਾਂਦੀ ਹੈ, ਤੇ ਜਿਹੜੀ ਪੇਂਡੂ ਆਬਾਦੀ ਹੈਗੀ ਆ ਉਹ ਵੀ 49% ਦੀ ਜਿਹੜੀ ਹੈ ਇੱਥੇ ਜਾਂਦੀ ਹੈਗੀ ਆ। ਤੇ ਕੁੱਲ ਜਿਹੜੀ ਮਿਲਾ ਕੇ ਜਿਹੜੀ ਆਬਾਦੀ ਜਿਹੜੀ ਮਿਲਦੀ ਹੈਗੀ ਆ, ਅੱਧੀ ਤੋਂ ਜ਼ਿਆਦਾ ਆਬਾਦੀ ਜਿਹੜੀ ਹੈ ਦੇਸ਼ ਦੀ ਇੱਥੇ ਪਹੁੰਚਦੀ ਹੈਗੀ ਆ। ਸੋ ਅਜਿਹੇ ਵਿੱਚ ਜਦ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਜਾ ਰਹੇ ਹੁਣ ਪ੍ਰਾਈਵੇਟ ਹਸਪੀਟਲਸ ਦੇ ਵਿੱਚ, ਤੇ ਇੱਥੇ ਸਾਨੂੰ ਬੰਦ ਤਾਲੇ ਮਿਲਣਗੇ ਤਾਂ ਫਿਰ ਕੀ ਕਰਾਂਗੇ ਆਪਾਂ। ਸੋਰਸ ਜਿਹੜਾ ਹੈ ਇਹਨਾਂ ਪੂਰੇ ਡੇਟਾਸ ਦਾ ਨੈਸ਼ਨਲ ਫੈਮਿਲੀ ਹੈਲਥ ਸਰਵੇ ਹੈ, 2015-16 ਦਾ ਇਹ ਸਰਵੇ ਹੈਗਾ ਕਿ ਦੇਸ਼ ਦੀ ਅੱਧੇ ਤੋਂ ਜ਼ਿਆਦਾ ਆਬਾਦੀ ਜਿਹੜੀ ਹੈ ਉਹ ਪ੍ਰਾਈਵੇਟ ਥਾਵਾਂ ਤੇ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਾਂ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਜਾਂਦੀ ਹੈਗੀ ਹੈ। ਸੋ ਲਗਾਤਾਰ ਤੁਹਾਨੂੰ ਹਾਲ ਦੱਸਣ ਲਈ ਆਪਾਂ ਲੱਗੇ ਹੋਏ ਹਾਂ, ਲਗਾਤਾਰ ਕੋਸ਼ਿਸ਼ ਇਹੀ ਜਾਰੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਚੰਗੀ ਤਰ੍ਹਾਂ ਨਾਲ ਅਪਡੇਟਡ ਰੱਖਿਆ ਜਾਏ। ਬਾਕੀ ਜੋ ਵੀ ਕੁਝ ਖਾਸ ਹੁੰਦਾ ਰਹੇਗਾ ਉਸ ਤੇ ਤੁਹਾਡੀ ਰਾਏ ਜਿਹੜੀ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਸੋ ਕਾਲ ਜ਼ਰੂਰ ਕਰਿਆ ਕਰੋ। ਅਸੀਂ ਕੱਲ ਨੂੰ ਫਿਰ ਹਾਜ਼ਰ ਹੋਣਾ ਹੈਗਾ। ਫਿਲਹਾਲ ਇੰਨਾ ਹੀ। ਸਤਿ ਸ਼੍ਰੀ ਅਕਾਲ।